ਆਓ ਹੁਣ ਆਪਾਂ ਵਚਨ ਦੇ ਵਿੱਚ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਵੱਧਦੇ ਹਾਂ। ਐਂਡ ਰੀਅਲੀ ਅੱਜ ਜਦੋਂ ਮੈਂ ਇਸ ਵਚਨ ਨੂੰ ਪੜ੍ਹ ਰਹੀ ਸੀਗੀ ਤਾਂ ਕਦੀ ਕਦੀ ਇੱਦਾਂ ਹੁੰਦਾ ਕਿ ਅੱਜ ਮੇਰੇ ਨਾਲ ਇੱਕ ਅਜੀਬ ਜਿਹੜਾ ਆ ਐਕਸਪੀਰੀਅੰਸ ਹੋਇਆ ਕਿ ਉਸ ਟਾਈਮ ਨਾ ਤਾਂ ਮੈਂ ਪ੍ਰੇਅਰ ਕਰ ਰਹੀ ਸੀਗੀ ਔਰ ਨਾ ਮੈਂ ਕੋਈ ਕੁਕਿੰਗ ਨਾ ਵਾਸ਼ਿੰਗ ਕੁਛ ਨਹੀਂ ਸੀ ਇਹੋ ਜਿਹਾ ਕੋਈ ਕੰਮ, ਬਸ ਮੈਂ ਵਿਹਲੀ ਬੈਠੀ ਸੀਗੀ, ਐਨ ਚਿੱਟੀ ਵਿਹਲੀ ਬੈਠੀ ਸੀ, ਕੋਈ ਕੰਮ ਨਹੀਂ ਸੀਗਾ। ਪਰ ਕੀ ਹੋਇਆ ਕਿ ਮੇਰਾ ਦਿਲ ਕਰੇ ਕਿ ਮੈਂ ਚੀਕਾਂ ਮਾਰ ਕੇ ਚੀਕਾਂ ਮਾਰ ਕੇ ਮੈਂ ਰੋਵਾਂ। ਤਾਂ ਮੈਨੂੰ ਸਮਝ ਕੋਈ ਨਹੀਂ ਕਿ ਮਤਲਬ ਕਿਉਂ ਇੱਦਾਂ ਹੋ ਰਿਹਾ ਕਿ ਸਭ ਕੁਝ ਠੀਕ ਆ, ਬੱਚੇ ਖੇਡ ਰਹੇ ਆ ਤਾਂ ਸਾਰੀ ਫੈਮਿਲੀ ਜਿਹੜੀ ਆ, ਮੰਮੀ ਜੀ ਆਪਣੇ ਰੂਮ ਦੇ ਵਿੱਚ ਪ੍ਰਾਰਥਨਾ ਕਰ ਰਹੇ ਆ ਤੇ ਪਾਸਟਰ ਜੀ ਦੀ ਫਾਸਟਿੰਗ ਪ੍ਰੇਅਰ ਚੱਲ ਰਹੀ ਆ ਤੇ ਸਾਰੇ ਬੜੇ ਸੋਹਣੇ ਆ ਤੇ ਮੈਂ ਮਤਲਬ ਵਿਹਲੀ ਬੈਠੀ ਤਾਂ ਚੀਕਾਂ ਮਾਰ ਕੇ ਰੋਣ ਨੂੰ ਦਿਲ ਕਰ ਰਿਹਾ। ਤਾਂ ਇੱਕ ਪਾਸੇ ਮੇਰਾ ਦਿਲ ਕਰ ਰਿਹਾ ਮੈਂ ਚਿੱਲਾਵਾਂ, ਉੱਚੀ ਦਿਨੀ ਚਿੱਲਾਵਾਂ ਤੇ ਫਿਰ ਮੈਂ ਰੋਵਾਂ ਐਨ ਦਿਲ 'ਚ ਕੁਛ ਜਿਹਾ ਹੋਇਆ। ਤਾਂ ਪਰ ਦੂਜੇ ਪਾਸੇ ਮੇਰਾ ਮਨ ਮੇਰੇ ਮਨ ਦੇ ਨਾਲ ਹੀ ਗੱਲ ਕਰ ਰਿਹਾ ਕਿ ਤੈਨੂੰ ਹੋਇਆ ਕੀ ਆ, ਤੂੰ ਕਾਹਤੇ ਰੌਲਾ ਪਾਉਣਾ ਆ, ਤੂੰ ਕਾਹਤੇ ਰੋਣਾ ਆ, ਮਤਲਬ ਕੀ ਚੱਕਰ ਆ। ਤਾਂ ਮਤਲਬ ਮੈਂ ਫਿਰ ਮੇਰੇ ਕੋਲ ਹੋਰ ਕੁਛ ਨਹੀਂ ਸੀ ਤਾਂ ਮੈਂ 2 ਮਿੰਟ ਦੇ ਲਈ ਆਪਣੀਆਂ ਅੱਖਾਂ ਬੰਦ ਕੀਤੀਆਂ ਔਰ ਮੈਂ ਕਿਹਾ ਪਵਿੱਤਰ ਆਤਮਾ ਜੀ ਮੇਰੀ ਮਦਦ ਕਰੋ, ਮੈਨੂੰ ਨਹੀਂ ਪਤਾ ਹੈ ਕਿਉਂ ਹੋਇਆ ਆ, ਕੀ ਚੀਜ਼ ਆ, ਪਰ ਮੇਰੀ ਹੈਲਪ ਕਰੋ ਕਿ ਮੈਨੂੰ ਇਸ ਐਂਗਜ਼ਾਇਟੀ ਦੇ ਵਿੱਚੋਂ ਜਾਂ ਇਹ ਜੋ ਵੀ ਪ੍ਰੈਸ਼ਰ ਆ, ਜੋ ਵੀ ਹੋ ਰਿਹਾ ਆ, ਮੈਨੂੰ ਇਸ ਚੀਜ਼ ਦੇ ਵਿੱਚੋਂ ਬਾਹਰ ਕੱਢੋ ਔਰ ਮੈਨੂੰ ਇਸ ਚੀਜ਼ ਦੇ ਬਾਰੇ ਸਮਝਾਓ ਕਿ ਇਹ ਚੀਜ਼ ਕੀ ਆ। ਮੇਰੀ ਸਟਿਲ ਵੀ ਇਹ ਪ੍ਰਾਰਥਨਾ ਆ ਕਿ ਪਰਮੇਸ਼ਵਰ ਮੈਨੂੰ ਉਸ ਚੀਜ਼ ਦੇ ਬਾਰੇ ਦੇ ਵਿੱਚ ਦੱਸਣ। ਪਰ ਜੋ ਵਚਨ ਉਸ ਵੇਲੇ ਪਰਮੇਸ਼ਵਰ ਨੇ ਮੈਨੂੰ ਦਿੱਤਾ ਤੇ ਉਹ ਵਚਨ ਜਿਹੜਾ ਆ ਉਹੀ ਅੱਜ ਆਪਾਂ ਜਿਹੜਾ ਆ ਉਹ ਸ਼ੇਅਰ ਕਰਨਾ ਆ। ਉਹ ਵਚਨ ਸੱਚੀ ਭਿਆਨਕ ਸੀਗਾ ਔਰ ਉਹ ਵਚਨ ਕੀ ਸੀਗਾ ਉਹ ਆਪਾਂ ਦੇਖਦੇ ਹਾਂ ਯਸਾਇਆ ਦੀ ਕਿਤਾਬ ਉਹਦਾ 29 ਚੈਪਟਰ 29 ਨੰਬਰ ਜਿਹੜਾ ਆ ਅਧਿਆਏ ਔਰ ਉਹਦੀ 13, 14 ਤੇ 15 ਨੰਬਰ ਪੰਕਤੀ ਦੇ ਵਿੱਚ ਏਦਾਂ ਲਿਖਿਆ, ਕਹਿੰਦਾ ਤਾਂ ਪ੍ਰਭੂ ਨੇ ਆਖਿਆ ਇਸ ਲਈ ਕਿ ਇਹ ਲੋਕ ਮੇਰੇ ਨੇੜੇ ਆਉਂਦੇ ਅਤੇ ਆਪਣੀਆਂ ਮੂੰਹਾਂ ਔਰ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਉਹਨਾਂ ਦਾ ਦਿਲ ਮੈਥੋਂ ਦੂਰ ਹੈ ਅਤੇ ਮੇਰਾ ਭੈ ਉਹਨਾਂ ਲਈ ਆਦਮੀਆਂ ਦਾ ਹੁਕਮ ਹੀ ਹੈ ਜਿਹੜਾ ਰਟਿਆ ਹੋਇਆ ਹੈ। ਇਸ ਲਈ ਵੇਖੋ ਮੈਂ ਫੇਰ ਇਸ ਪਰਜਾ ਨਾਲ ਅਚਰਜ ਕੰਮ ਕਰਾਂਗਾ, ਅਚਰਜ ਔਰ ਅਜੂਬਾ ਕੰਮ, ਅਤੇ ਉਹਨਾਂ ਦੇ ਬੁੱਧੀਵਾਨਾਂ ਦੀ ਬੁੱਧ ਨਾਸ ਹੋ ਜਾਵੇਗੀ ਅਤੇ ਉਹਨਾਂ ਦੇ ਚਤਰਿਆਂ ਦੀ ਚਤੁਰਾਈ ਲੁਕਾਈ ਜਾਵੇਗੀ। ਹਾਏ ਉਹਨਾਂ ਉੱਤੇ ਜਿਹੜੇ ਯਹੋਵਾ ਤੋਂ ਆਪਣੀ ਸਲਾਹ ਡੂੰਘੀ ਰੱਖ ਕੇ ਲੁਕਾਉਂਦੇ ਹਨ, ਜਿਨ੍ਹਾਂ ਦੇ ਕੰਮ ਹਨੇਰੇ ਵਿੱਚ ਹੁੰਦੇ ਹਨ ਅਤੇ ਜਿਹੜੇ ਆਖਦੇ ਹਨ ਕੌਣ ਸਾਨੂੰ ਵੇਖਦਾ ਅਤੇ ਕੌਣ ਸਾਨੂੰ ਜਾਣਦਾ ਹੈ। ਸੋ ਦੇਖੋ ਪਰਮੇਸ਼ਵਰ ਦਾ ਕਿੱਡਾ ਵੱਡਾ ਗਿਲਾ ਆ ਸਾਡੇ ਨਾਲ, ਸਭਨਾਂ ਦੇ ਨਾਲ, ਉਹਨਾਂ ਸਭਨਾਂ ਦੇ ਨਾਲ ਜਿਹੜੇ ਇਸ ਵਚਨ ਦੇ ਵਿੱਚ ਆਉਂਦੇ ਆ, ਜਿਨ੍ਹਾਂ ਦੇ ਬਾਰੇ ਵਿੱਚ ਇਹ ਵਚਨ ਬੋਲ ਰਿਹਾ ਆ। ਸੋ ਤੁਸੀਂ, ਮੈਨੂੰ ਨਹੀਂ ਪਤਾ ਕਿ ਸਾਡੇ ਮਤਲਬ ਹੁਣ ਇਸ ਵੇਲੇ 338 ਵਿਊਅਰਸ ਆ, ਤਾਂ ਮੈਨੂੰ ਨਹੀਂ ਪਤਾ ਕਿ 338 ਵਿਊਅਰਸ ਦੇ ਵਿੱਚੋਂ ਜਿਹੜੇ ਆ ਉਹ ਕਿੰਨੇ ਹੋਣਗੇ ਜਿਨ੍ਹਾਂ ਦੇ ਲਈ ਇਹ ਵਚਨ ਗੱਲ ਕਰਦਾ ਆ, ਜਾਂ ਹੋ ਸਕਦਾ ਕਿ ਇਹਦੇ ਬਾਅਦ ਵਿੱਚ ਜਿਹੜੇ ਸੁਣਨ ਜਾਂ ਜਿਹਦੇ ਲਈ ਵੀ ਇਹ ਵਚਨ ਗੱਲ ਕਰ ਰਿਹਾ ਆ, ਮੈਨੂੰ ਨਹੀਂ ਪਤਾ। ਮੈਂ ਐਵੇਂ ਕਵਾਂ ਜੀ ਫਲਾਣੇ ਅੱਖਰ ਤੋਂ ਉਹਦਾ ਨਾਮ ਸ਼ੁਰੂ ਹੁੰਦਾ, ਟਮਕਾਨੇ ਤੋਂ ਹੁੰਦਾ, ਉਹ ਫਲਾਨਾ ਜੇ ਟਿਮਕੜਾ ਜੇ, ਮੈਨੂੰ ਨਹੀਂ ਪਤਾ ਕਿਹਦੇ ਲਈ ਵਚਨ ਗੱਲ ਕਰ ਰਿਹਾ। ਪਰ ਇਟ ਇਜ਼ ਰੀਅਲੀ ਡੇਂਜਰਸ ਥਿੰਗ, ਇਹ ਬਹੁਤ ਭਿਆਨਕ ਆ ਕਿ ਪਰਮੇਸ਼ਵਰ ਦਾ ਗਿਲਾ, ਪਰਮੇਸ਼ਵਰ ਜਦੋਂ ਗਿਲਾ ਕਰਦੇ ਨਾ ਤਾਂ ਮਤਲਬ ਮਨੁੱਖ ਜੇ ਫਿਰ ਵੀ ਉਸ ਚੀਜ਼ ਨੂੰ ਲਾਈਟਲੀ ਲੈਂਦਾ ਆ ਤਾਂ ਫਿਰ ਉਹ ਫਿਨਿਸ਼ ਆ, ਫਿਰ ਉਹਦਾ ਕੁਛ ਨਹੀਂ ਹੋ ਸਕਦਾ। ਕੋਈ ਟੀਚਿੰਗ ਉਹਦੇ ਤੇ ਕੰਮ ਨਹੀਂ ਕਰਨੀ, ਕੋਈ ਸਲਾਹ ਉਹਦੇ ਤੇ ਕੰਮ ਨਹੀਂ ਕਰਨੀ, ਫਿਰ ਸਭ ਕੁਛ ਜਿਹੜਾ ਆ ਉਹ ਖਤਮ। ਜਿਹੜਾ ਮਨੁੱਖ ਪਰਮੇਸ਼ਵਰ ਦੀ ਤਾੜ ਨੂੰ, ਪਰਮੇਸ਼ਵਰ ਦੀ ਚੀਜ਼ ਨੂੰ ਜਿਹੜਾ ਆ ਉਹ ਲਾਈਟਲੀ ਲੈਂਦਾ ਆ। ਅਰੇ ਦੇਖੋ ਇੱਥੇ ਯਹੋਵਾ ਪਰਮੇਸ਼ਵਰ, ਸਰਵ ਸ਼ਕਤੀਮਾਨ ਪਰਮੇਸ਼ਵਰ ਜਿਹੜੇ ਆ ਉਹ ਮਨੁੱਖ ਦੇ ਨਾਲ ਗਿਲਾ ਕਰ ਰਹੇ ਆ ਕਿ ਇਸ ਲਈ ਕਿ ਇਹ ਲੋਕ ਮੇਰੇ ਨੇੜੇ ਆਉਂਦੇ ਆ ਅਤੇ ਆਪਣੀਆਂ ਮੂੰਹਾਂ ਔਰ ਬੁੱਲਾਂ ਨਾਲ ਮੇਰਾ ਆਦਰ ਕਰਦੇ ਆ, ਪਰ ਉਹਨਾਂ ਦੇ ਦਿਲ ਮੈਥੋਂ ਦੂਰ ਹਨ। ਸੋ ਦੇਖੋ ਬਹੁਤ ਵਾਰੀ ਅਸੀਂ ਇੱਕ ਦੂਜੇ ਨਾਲ ਪਰਮੇਸ਼ਵਰ ਦੀ ਪ੍ਰੇਜ਼ ਕਰਦੇ ਹੋ ਸਕਦੇ ਹਾਂ, ਗੱਲਾਂ ਦੇ ਵਿੱਚ ਆਪਾਂ ਬਾਰ-ਬਾਰ ਪਰਮੇਸ਼ਵਰ ਦੇ ਨਾਮ ਦਾ ਜ਼ਿਕਰ ਕਰਦੇ ਹੋ ਸਕਦੇ, ਪਰ ਜੇ ਦਿਲ ਪਰਮੇਸ਼ਵਰ ਤੋਂ ਦੂਰ ਆ ਤਾਂ ਪਰਮੇਸ਼ਵਰ ਜੀ ਤੁਹਾਡੇ ਨਾਲ ਗੁੱਸੇ ਆ, ਭਾਈ ਮਨਾ ਲਓ ਉਹਨਾਂ ਨੂੰ, ਠੀਕ ਆ। ਤਾਂ ਮੇਰਾ ਕੰਮ ਦੱਸਣਾ ਆ, ਮੇਰਾ ਕੰਮ ਤਾਂ ਸਿਰਫ ਹੋਕਾ ਦੇਣਾ ਆ
ਔਰ ਮੈਂ ਤੇ ਹੋਕਾ ਜਿਹੜਾ ਆ ਉਹ ਜਦ ਤੱਕ ਇੰਟਰਨੈਟ ਚੱਲੀ ਜਾਂਦਾ ਆ, ਜਦ ਤੱਕ ਪਰਮੇਸ਼ਵਰ ਨੇ ਸਾਹ ਪਾਏ ਆ, ਤਾਂ ਮੇਰੀ ਤਾਂ ਤਮੰਨਾ ਹੀ ਇਹ ਆ ਕਿ ਪਰਮੇਸ਼ਵਰ ਜੀ ਆਖਰੀ ਸਾਹ ਤੱਕ ਇਹ ਜਿਹੜਾ ਹੋਕਾ ਆ ਨਾ ਤੁਹਾਡੀ ਦਾਸੀ ਦਿੰਦੀ ਰਵੇ, ਔਰ ਹੋਕਾ ਦਿੰਦਿਆਂ ਮੇਰੇ ਸਾਹ ਮੁੱਕਣ, ਤਾਂ ਫਿਰ ਮੇਰੀ ਜ਼ਿੰਦਗੀ ਬਹੁਤ ਸਫਲ ਹੋਊਗੀ, ਫਿਰ ਵੀ ਸਾਰੀਆਂ ਚੀਜ਼ਾਂ 'ਚ ਪਰਮੇਸ਼ਵਰ ਜੀ ਦੀ ਮਰਜ਼ੀ ਪੂਰੀ ਹੋਵੇ। ਤਾਂ ਮੇਰਾ ਕੰਮ ਸਿਰਫ ਹੋਕਾ ਦੇਣਾ ਆ, ਔਰ ਮੈਂ ਹੋਕਾ ਦੇ ਰਹੀ ਹਾਂ। ਔਰ ਹੋਕਾ ਇਹੀ ਆ ਕਿ ਸਿਰਫ ਬੁੱਲਾਂ ਦੇ ਨਾਲ ਹੀ ਪਰਮੇਸ਼ਵਰ ਦਾ ਆਦਰ ਨਾ ਕਰੋ, ਆਪਣੇ ਮਨ ਦੇ ਨਾਲ ਪਰਮੇਸ਼ਵਰ ਜੀ ਦੀ ਜਿਹੜੀ ਆ ਇੱਜ਼ਤ ਕਰਨੀ ਸ਼ੁਰੂ ਕਰੋ। ਪਰਮੇਸ਼ਵਰ ਦਾ ਗਿਲਾ ਆ ਇਹ ਕਿ ਇਹ ਲੋਕ ਬੁੱਲਾਂ ਦੇ ਨਾਲ ਤਾਂ ਜਿਹੜਾ ਆ ਉਹ ਮੈਨੂੰ ਵਡਿਆਉਂਦੇ ਆ, ਮੇਰਾ ਆਦਰ ਕਰਦੇ ਆ, ਪਰ ਉਹਨਾਂ ਦੇ ਦਿਲ ਮੈਥੋਂ ਦੂਰ ਆ, ਅਤੇ ਮੇਰਾ ਭੈ ਉਹਨਾਂ ਲਈ ਆਦਮੀਆਂ ਦੇ ਹੁਕਮ ਹੀ ਹੈ ਜਿਹੜਾ ਰਟਿਆ ਹੋਇਆ ਹੈ। ਗॉड ਕੀ ਕਹਿ ਰਿਹਾ, ਪਰਮੇਸ਼ਵਰ ਜੀ ਕੀ ਕਹਿ ਰਹੇ ਆ? ਉਹ ਕਹਿੰਦੇ ਜਿਹੜਾ ਮੇਰਾ ਭੈ ਆ, ਪਰਮੇਸ਼ਵਰ ਦਾ ਭੈ ਆ, ਤਾਂ ਉਹ ਕਹਿੰਦੇ ਉਹ ਇਹਨਾਂ ਮਨੁੱਖਾਂ ਦੇ ਲਈ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਪਰਮੇਸ਼ਵਰ ਦੀ ਮਹਿਮਾ ਨਹੀਂ ਆ, ਜਿਨ੍ਹਾਂ ਦੇ ਦਿਲ ਜਿਹੜੇ ਆ ਉਹ ਪਰਮੇਸ਼ਵਰ ਜੀ ਦੇ ਨੇੜੇ ਨਹੀਂ, ਜਿਹੜੇ ਸਿਰਫ ਮੂੰਹ ਦੇ ਨਾਲ ਹੀ ਹਾਲੇਲੂਇਆ ਜੈਮਸੀ ਤੇ ਜੈ ਜੈਕਾਰ ਕਹਿੰਦੇ ਆ, ਕਹਿੰਦਾ ਉਹਨਾਂ ਮਨੁੱਖਾਂ ਦੇ ਲਈ ਜਿਹੜੀ ਇਹ ਚੀਜ਼ ਹੈ ਨਾ ਕਿ ਪਰਮੇਸ਼ਵਰ ਦਾ ਭੈ, ਪਰਮੇਸ਼ਵਰ ਦਾ ਡਰ, ਤਾਂ ਕਹਿੰਦਾ ਉਹ ਉਹਨਾਂ ਦੇ ਲਈ ਸਿਰਫ ਮਨੁੱਖਾਂ ਦਾ ਇੱਕ ਹੁਕਮ ਆ ਜਿਹੜਾ ਉਹਨਾਂ ਨੂੰ ਰਟਿਆ ਹੋਇਆ ਕਿ ਹਾਂਜੀ ਪਾਸਟਰ ਜੀ ਨੇ ਕਿਹਾ ਕਿ ਪਰਮੇਸ਼ਵਰ ਤੋਂ ਡਰਿਆ ਕਰੋ, ਹਾਂਜੀ ਚਿੱਤੇ ਹੋ ਗਿਆ ਕਿ ਤੋਤਿਆਂ ਮਿਰਚ ਨਾ ਖਾਈ ਮਰ ਜਾਏਗਾ। ਦੇਖੋ ਕਿਸੇ ਨੇ ਤੋਤਾ ਰੱਖਿਆ, ਉਹਨੇ ਮਿਰਚ ਦਿੱਤੀ ਖਾਣ ਨੂੰ, ਤੋਤੇ ਜਿਹੜੇ ਆ ਉਹ ਮਿਰਚ ਲਾਈਕ ਕਰਦੇ, ਉਹ ਮਿਰਚ ਖਾ ਰਿਹਾ, ਪਰ ਉਹਨੂੰ ਸਿਖਾਉਣ ਵਾਲੇ ਨੇ ਸਿਖਾਇਆ ਕਿ ਤੋਤਿਆਂ ਮਿਰਚ ਨਾ ਖਾਈ ਮਰ ਜਾਏਗਾ, ਪਰ ਉਹਨੂੰ ਪਤਾ ਨਹੀਂ ਉਹਦਾ ਮੀਨ ਕਿ ਉਹ ਕੀ ਕਹਿ ਰਿਹਾ। ਔਰ ਮਿਰਚ ਖਾ ਰਿਹਾ ਆ, ਫਿਰ ਬੋਲ ਰਿਹਾ ਤੋਤਿਆਂ ਮਿਰਚ ਨਾ ਖਾਈ ਮਰ ਜਾਏਗਾ, ਫਿਰ ਮਿਰਚ ਖਾ ਰਿਹਾ, ਫਿਰ ਬੋਲੀ ਜਾ ਰਿਹਾ ਸੇਮ ਥਿੰਗ। ਤਾਂ ਸੇਮ ਥਿੰਗ ਜਿਹੜੀ ਆ ਨਾ ਉਹ ਮਨੁੱਖ ਅੱਜ ਕਰ ਰਿਹਾ ਆ ਪਰਮੇਸ਼ਵਰ ਦੇ ਵਚਨ ਦੇ ਨਾਲ, ਕਿ ਉਹ ਬੋਲ ਰਿਹਾ ਆ ਕਿ ਪ੍ਰਭੂ ਜੀ ਨੇ ਕਿਹਾ ਆ ਹਨਾ ਕਿ ਪਰਮੇਸ਼ਵਰ ਦਾ ਭੈ ਜਿਹੜਾ ਆ ਉਹ ਮਨੁੱਖਾਂ ਦੇ ਦਿਲਾਂ ਦੇ ਉੱਤੇ ਰਾਜ ਕਰੇ। ਪਰਮੇਸ਼ਵਰ ਦਾ ਯਹੋਵਾ ਦਾ ਭੈ ਬੁੱਧ ਦਾ ਮੂਲ ਆ। ਵਚਨ ਦੇ ਵਿੱਚ ਏਦਾਂ ਲਿਖਿਆ ਕਿ ਯਾ ਰੱਬ ਤੂੰ ਮੇਰੀ ਪਨਾਹ ਆ ਹਨਾ, ਤੇ ਮੈਂ ਤੇਰੇ ਖੰਭਾਂ ਹੇਠ ਲੁਕਦਾ ਆ, ਤੂੰ ਸਵਰਗੀ ਦੂਤਾਂ ਨੂੰ ਜਿਹੜਾ ਹੁਕਮ ਦੇਵੇਂਗਾ ਉਹ ਮੇਰੇ ਰਾਹਾਂ 'ਚ ਨਿਗਰਬਾਨ ਹੋਣਗੇ। ਮਤਲਬ ਰੱਟੇ ਤਾਂ ਏਦਾਂ ਲਾਏ ਆ ਕਿ ਪੁੱਛੋ ਕੁਛ ਨਾ, ਮਤਲਬ ਮੋਨੀਟਰ ਆ ਕਲਾਸ ਦੇ। ਪਰ ਪਰਮੇਸ਼ਵਰ ਜੀ ਜਾਣਦੇ ਆ ਕਿ ਉਹ ਰੱਟੇ ਸਿਰਫ ਬੁੱਲਾਂ ਤੱਕ ਆ ਕਿ ਦਿਲ ਵੀ ਉਹਨਾਂ ਦੇ ਨਾਲ ਜਿਹੜਾ ਆ ਐਗਰੀ ਕਰਦਾ ਆ। ਤਾਂ ਆਪਾਂ ਤੋਤੇ ਨਹੀਂ ਬਣਨਾ। ਮਿਰਚ ਜੇ ਚੰਗੀ ਲੱਗਦੀ ਆ ਖਾਓ, ਨਹੀਂ ਚੰਗੀ ਲੱਗਦੀ ਤਾਂ ਨਾ ਖਾਓ, ਪਰ ਤੋਤੇ ਨਾ ਬਣੋ। ਇਹ ਨਹੀਂ ਕਿ ਤੁਸੀਂ ਆਪਣੇ ਮੂੰਹ ਦੇ ਵਿੱਚ ਖੰਡ ਪਾ ਕੇ ਕਹੋ ਵੀ ਖੰਡ ਨਾ ਖਾਇਆ ਕਰੋ, ਇਹਦੇ ਨਾਲ ਕੈਲਰੀਜ਼ ਬਹੁਤ ਵੱਧ ਜਾਂਦੀਆਂ ਆ, ਤੇ ਫਿਰ ਜਿਹੜਾ ਡਾਇਬਟੀਜ਼ ਦੀ ਪ੍ਰੋਬਲਮ ਆ ਜਿਹੜੀ ਉਹ ਜ਼ਿਆਦਾ ਹੋ ਜਾਂਦੀ ਆ। ਜਾਂ ਮਿੱਠਾ ਮੂੰਹ ਦੇ ਵਿੱਚ ਪਾ ਕੇ, ਕੈਂਡੀ ਮੂੰਹ ਦੇ ਵਿੱਚ ਪਾ ਕੇ ਕਹੀਏ ਜੀ ਆਪਾਂ ਕੈਂਡੀ ਨਹੀਂ ਖਾਣੀ, ਆਪਾਂ ਟੌਫੀ ਨਹੀਂ ਖਾਣੀ, ਦੰਦ ਖਰਾਬ ਹੋ ਜਾਂਦੇ, ਤੇ ਮਤਲਬ ਆਪਣੀ ਗੱਲ ਜਿਹੜੀ ਆ ਉਹ ਟੌਫੀ ਦੇ ਨਾਲ ਫੁੱਲੀ ਹੋਈ ਹੋਵੇ। ਤਾਂ ਮਤਲਬ ਇੱਦਾਂ ਨਹੀਂ ਕਿ ਅਸੀਂ ਲੋਕਾਂ ਨੂੰ ਇਹ ਚੀਜ਼ ਕਹਿਣੀ ਹੈ ਕਿ ਹਾਂਜੀ ਸਾਡਾ ਪਰਮੇਸ਼ਵਰ ਸਭ ਕਰਨ ਦੀ ਤਾਕਤ ਰੱਖਦਾ, ਸਾਡਾ ਪਰਮੇਸ਼ਵਰ ਜਿਹੜਾ ਆ ਉਹ ਸੈਨਾਵਾਂ ਦਾ ਯਹੋਵਾ ਪਰਮੇਸ਼ਵਰ ਆ, ਸਾਡਾ ਪਰਮੇਸ਼ਵਰ ਕ੍ਰੋਧ ਨੂੰ ਜਿਹੜਾ ਆ ਉਹ ਬਹੁਤ ਮਤਲਬ ਵੱਡੇ ਲੈਵਲ ਤੇ ਇਸ ਧਰਤੀ ਦੇ ਉੱਤੇ ਜਿਹੜਾ ਉਹਦਾ ਕ੍ਰੋਧ ਆ ਉਹ ਵੱਡੀ ਤਬਾਹੀ ਕਰ ਸਕਦਾ। ਸਾਡੇ ਪਰਮੇਸ਼ਵਰ ਦੀ ਦਇਆ ਇਹ ਪੂਰੀ ਆਈ ਹੋਈ ਤਬਾਹੀ ਨੂੰ ਜਿਹੜੀ ਆ ਉਹ ਥੰਮ ਸਕਦੀ ਆ। ਮਤਲਬ ਅਸੀਂ ਕਹੀਏ ਪਰ ਆਪਣੇ ਦਿਲ ਦੇ ਵਿੱਚ ਉਸ ਚੀਜ਼ ਨੂੰ ਜਿਹੜਾ ਆ ਉਹ ਐਗਰੀ ਨਾ ਕਰਦੇ ਹੋਈਏ, ਉਸ ਚੀਜ਼ ਦੇ ਨਾਲ ਅਸੀਂ ਸਹਿਮਤੀ ਨਾ ਪਾਉਂਦੇ ਹੋਈਏ, ਸਿਰਫ ਵੱਡੀਆਂ ਗੱਲਾਂ ਕਰਨ ਵਾਲੇ ਹੋਈਏ, ਤਾਂ ਮਤਲਬ ਤੁਸੀਂ ਅਗਲੇ ਦੇ ਸਾਹਮਣੇ ਚੰਗੇ ਬਣ ਸਕਦੇ ਹੋ, ਪਰ ਮਜ਼ਾ ਉਦੋਂ ਹੀ ਆਉਣਾ ਜਦੋਂ ਤੁਸੀਂ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਚੰਗੇ ਬਣ ਜਾਓਗੇ। ਜਦੋਂ ਪਰਮੇਸ਼ਵਰ ਜੀ ਨੂੰ ਵੀ ਤੁਹਾਡੇ ਮੂੰਹ ਦੀਆਂ ਗੱਲਾਂ ਜਿਹੜੀਆਂ ਉਹ ਚੰਗੀਆਂ ਲੱਗਣ ਲੱਗ ਜਾਣ, ਤਾਂ ਅਸਲ ਜਿਹੜੀ ਮਜ਼ੇ ਦੀ ਗੱਲ ਆ ਨਾ ਉਹ ਉਦੋਂ ਬਣਨੀ ਆ। ਇਸ ਲਈ ਆਪਾਂ ਇਸ ਚੀਜ਼ ਨੂੰ ਇਹ ਸਮਝ ਕੇ ਨਹੀਂ, ਕਈ ਵਾਰੀ ਕੀ ਹੁੰਦਾ ਕਿ ਜਦੋਂ ਨਿਆਣੇ ਸਕੂਲ ਦੇ ਵਿੱਚ ਜਾਂਦੇ ਆ ਤਾਂ ਟੀਚਰ ਨੇ ਮੰਨ ਲਓ ਕੁਛ ਉਹਨਾਂ ਨੂੰ ਜਿਹੜੇ ਆ ਅਲਫਾਬੈਟ ਸਿਖਾਏ ਆ, ਉਹਨਾਂ ਨੂੰ ਉਹ ABC ਲਿਖਣੀ ਸਿਖਾ ਰਹੇ ਆ ਜਾਂ ਕੋਈ ਹੋਰ ਚੀਜ਼ ਆ, ਤਾਂ ਨਿਆਣੇ ਕੋਲ ਅਚਾਨਕ ਗਲਤੀ ਹੋ ਗਈ, ਤਾਂ ਹੁਣ ਟੀਚਰਸ ਦੇ ਕੋਲ ਕਈ ਵਾਰੀ 30 ਸਟੂਡੈਂਟਸ ਹੁੰਦੇ, ਕਈ ਵਾਰੀ 40, ਸਮਟਾਈਮ 50 ਸਟੂਡੈਂਟਸ ਦੀ ਵੀ ਕਲਾਸ ਹੋ ਸਕਦੀ, 30, 40 ਜਾਂ 50 ਦੀ, ਹੈ ਨਾ। ਤਾਂ ਕਈ ਵਾਰੀ ਤਾਂ ਉਹ ਮਤਲਬ ਇੱਕ ਅੱਧਾ ਅੱਖਰ ਜਿਹੜਾ ਆ ਉਹ ਬਾਈ ਚਾਂਸ, ਕਿਉਂਕਿ ਇੰਨੇ ਸਾਰੇ ਸਹੀ ਅੱਖਰ ਦੇਖੇ ਹੁੰਦੇ, ਤਾਂ ਕਦੀ ਕੀ ਹੁੰਦਾ ਇੱਕ ਅੱਧਾ ਗਲਤ ਅੱਖਰ ਜਿਹੜਾ ਆ ਉਹ ਵਿੱਚ ਹੀ ਸਹੀ ਹੋ ਜਾਂਦਾ, ਹੈ ਨਾ। ਤਾਂ ਬੱਚੇ ਨੇ ਨੋਟਿਸ ਕਰ ਲਿਆ ਕਿ ਮੇਰੇ ਟੀਚਰ ਨੇ ਤਾਂ ਜਿਹੜਾ ਆ ਉਹ ਇਹਨੂੰ ਸਹੀ ਕਰ ਦਿੱਤਾ, ਪਰ ਜਦੋਂ ਆਣ ਕੇ ਘਰੇ ਮੰਮੀ ਨੇ ਚੈੱਕ ਕੀਤੀ ਕਾਪੀ ਜਾਂ ਡੈਡ ਨੇ ਕਾਪੀ ਚੈੱਕ ਕੀਤੀ ਤਾਂ ਕਹਿਣਾ ਬੇਟਾ ਇਹ ਜਿਹੜਾ ਆ ਇੱਦਾਂ ਨਹੀਂ ਲਿਖਣਾ ਸੀ, ਇਹ ਥੱਲੜੀਆਂ 3 ਲਾਈਨਾਂ 'ਚ ਲਿਖਣਾ ਸੀਗਾ, ਪਰ ਮੈਡਮ ਨੇ ਤਾਂ ਉੱਪਰਲੀਆਂ 3 ਲਾਈਨਾਂ 'ਚ ਠੀਕ ਕਰਤਾ। ਮਤਲਬ ਨਿਆਣੇ ਨੇ ਕੀ ਕਹਿਣਾ, ਨਹੀਂ ਜੀ ਤੁਸੀਂ ਗਲਤ ਆ, ਮੇਰੀ ਮੈਡਮ ਨੇ ਮੈਨੂੰ ਇੱਦਾਂ ਹੀ ਸਿਖਾਇਆ ਹੈ, ਮੇਰੀ ਮੈਡਮ ਨੇ ਇੱਦਾਂ ਕਿਹਾ ਆ, ਇਹ ਇੱਦਾਂ ਹੀ ਸਹੀ ਆ। ਹੋ ਸਕਦਾ ਉਹਨੂੰ ਮਿਸਅੰਡਰਸਟੈਂਡਿੰਗ ਹੋ ਗਈ ਹੋਵੇ ਬੱਚੇ ਨੂੰ, ਹੈ ਨਾ,
ਜਾਂ ਟੀਚਰ ਜਿਹੜਾ ਆ ਉਹਦਾ ਟੀਚਰਸ ਦੇ ਉੱਤੇ ਬਹੁਤ ਵਰਕਲੋਡ ਹੁੰਦਾ ਆ, ਹੈ ਨਾ। ਇੰਨੇ ਸਾਰੇ ਸਟੂਡੈਂਟਸ ਨੂੰ ਸਾਨੂੰ 2 ਨਿਆਣੇ ਜਾਂ 3 ਨਿਆਣੇ ਘਰ ਦੇ ਵਿੱਚ ਹੈਂਡਲ ਕਰਨੇ ਇਹਨਾਂ ਦਿਨਾਂ ਦੇ ਵਿੱਚ, ਤੁਸੀਂ ਸਾਰੇ ਐਕਸਪੀਰੀਅੰਸ ਦੇ ਵਿੱਚ ਹੋ, ਮੈਨੂੰ ਦੱਸਣ ਦੀ ਤਾਂ ਜ਼ਰੂਰਤ ਹੀ ਨਹੀਂ। ਤਾਂ ਔਖਾ ਲੱਗਦਾ, ਤੇ ਟੀਚਰਸ ਨੇ 30 40 ਜਾਂ 50 ਸਟੂਡੈਂਟਸ ਨੂੰ ਜਿਹੜਾ ਆ ਹੈਂਡਲ ਕਰਨਾ, ਇਟਸ ਨਾਟ ਈਜ਼ੀ ਜੌਬ, ਹੈ ਨਾ। ਤਾਂ ਪਰ ਬੱਚੇ ਉਹ ਇੱਦਾਂ ਹੀ ਕਹਿੰਦੇ ਜੀ ਇੱਦਾਂ ਸਾਨੂੰ ਸਿਖਾਇਆ ਸਾਡੀ ਮੈਡਮ ਨੇ, ਸਾਡੇ ਸਰ ਨੇ ਇੱਦਾਂ ਹੀ ਸਿਖਾਇਆ। ਤਾਂ ਸੇਮ ਵੇ ਦੇ ਨਾਲ ਕਦੀ ਕਦੀ ਅਸੀਂ ਕੀ ਕਰਦੇ ਹਾਂ, ਅਸੀਂ ਕਹਿੰਦੇ ਸਾਡੇ ਪਾਸਟਰ ਜੀ ਨੇ ਜੀ ਇੱਦਾਂ ਹੀ ਕਿਹਾ, ਸਾਡੇ ਪਾਸਟਰ ਨੇ ਕਿਹਾ ਰੱਬ ਸਿਰਫ ਮੇਰੇ ਨਾਲ ਗੱਲ ਕਰ ਸਕਦਾ ਹੈ, ਮਤਲਬ ਰੱਬ ਸਿਰਫ ਪਾਸਟਰ ਨਾਲ ਹੀ ਗੱਲ ਕਰ ਸਕਦਾ ਹੈ, ਮੇਰੇ ਨਾਲ ਭਲਾ ਕਿੱਦਾਂ ਗੱਲ ਕਰ ਸਕਦਾ। ਪਰ ਉਹਨਾਂ ਨੂੰ ਕੋਈ ਹੋਰ ਜਾਣਾ ਪਰਮੇਸ਼ਵਰ ਦਾ ਜਨ ਹੋ ਸਕਦਾ, ਉਹ ਇੱਕ ਡਿਫਰੈਂਟ ਚਰਚ ਦਾ ਜਿਹੜਾ ਉਹ ਕਲੀਸਿਆ ਦਾ ਮੈਂਬਰ ਹੀ ਹੋਏ, ਤਾਂ ਉਹ ਆ ਕੇ ਕਹੇ ਨਹੀਂ ਨਹੀਂ ਰੱਬ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਹੈ। ਇੱਦਾਂ ਕਿੱਦਾਂ ਰੱਬ ਗੱਲ ਕਰ ਸਕਦਾ ਹੈ? ਮੇਰੇ ਪਾਸਟਰ ਜੀ ਨੇ ਦੱਸਿਆ ਹੈ ਰੱਬ ਸਿਰਫ ਮੇਰੇ ਨਾਲ ਹੀ ਗੱਲ ਕਰ ਸਕਦਾ, ਉਹ ਸਿਰਫ ਮੇਰੇ ਹੀ ਸੁਪਨੇ 'ਚ ਆ ਸਕਦਾ। ਮੇਰੇ ਪਾਸਟਰ ਜੀ ਨੇ ਦੱਸਿਆ ਕੰਮ ਇੱਦਾਂ ਹੀ ਬਣਨਾ ਆ, ਮੇਰੇ ਪਾਸਟਰ ਜੀ ਨੇ ਦੱਸਿਆ ਆ ਖੂਹ 'ਚ ਛਾਲ ਮਾਰੋਗੇ ਤਾਂ ਹੀ ਸਵਰਗ ਨੂੰ ਜਾਣਾ ਹੈ। ਤਾਂ ਮਤਲਬ ਕਈ ਵਾਰੀ ਅਸੀਂ ਮਨੁੱਖਾਂ ਦੇ ਹੁਕਮਾਂ ਦੇ ਹਿਸਾਬ ਦੇ ਨਾਲ ਹੀ ਕਹਿੰਦੇ ਇਹ ਤਾਂ ਮਨੁੱਖ ਦਾ ਹੁਕਮ ਆ, ਉਹ ਰੱਟਿਆ ਹੋਇਆ ਆ। ਮਤਲਬ ਕੋਈ ਤੁਹਾਨੂੰ ਆਣ ਕੇ ਸਹੀ ਟੀਚਿੰਗ ਦੇ ਰਿਹਾ ਹੈ ਕਿ ਪਰਮੇਸ਼ਵਰ ਨੇ ਇਹ ਵਚਨ ਕਿਹਾ ਆ, ਪਰਮੇਸ਼ਵਰ ਦੀ ਬਾਣੀ 'ਚ ਇਹ ਲਿਖਿਆ ਆ, ਤੁਹਾਡਾ ਜਿਹੜਾ ਦਿਲ ਆ ਤੁਸੀਂ ਪਰਮੇਸ਼ਵਰ ਤੱਕ ਤਾਂ ਉਹਨੂੰ ਲੈ ਕੇ ਹੀ ਨਹੀਂ ਜਾਂਦੇ ਜਾਂ ਲੈ ਕੇ ਜਾਣਾ ਨਹੀਂ ਚਾਹੁੰਦੇ। ਆਈ ਡੋਂਟ ਨੋ ਵਾਟਸ ਦਾ ਪ੍ਰੋਬਲਮ, ਬਟ ਇਹ ਬਹੁਤ ਵਾਰੀ ਹੁੰਦਾ ਆ, ਠੀਕ ਹੈ। ਪਰ ਵਚਨ ਇੱਦਾਂ ਖੋਲ ਕੇ ਹੀ ਦੱਸਦਾ ਆ ਵੀ ਆਦਮੀਆਂ ਦਾ ਹੁਕਮ ਹੀ ਆ ਇਹਨਾਂ ਦੇ ਲਈ, ਇਹਨਾਂ ਲਈ ਇਹ ਚੀਜ਼ ਜਿਹੜੀ ਆ ਇਹ ਨਹੀਂ ਹੈ ਕਿ ਪਰਮੇਸ਼ਵਰ ਨੇ ਕਿਹਾ ਆ ਡਰੋ। ਇਹਨਾਂ ਨੂੰ ਇੱਦਾਂ ਲੱਗਦਾ ਆਦਮੀਆਂ ਨੇ ਕਿਹਾ ਆ। ਤੇ ਕੁਛ ਲੋਕਾਂ ਦਾ ਕੀ ਹਿਸਾਬ ਕਿਤਾਬ ਹੁੰਦਾ, ਉਹ ਕਹਿੰਦੇ ਜੀ ਆਪਾਂ ਕਹਿੰਦੇ ਆ ਨਵਾਂ ਕਾਨੂੰਨ ਬਣਿਆ ਆ, ਜਾਂ ਮੈਨੂੰ ਪਤਾ ਆ ਜਦੋਂ ਅਸੀਂ ਸਕੂਲ ਦੇ ਵਿੱਚ ਹੁੰਦੇ ਸੀ ਤਾਂ ਆਪਾਂ ਕਹਿਣਾ ਪ੍ਰਿੰਸੀਪਲ ਨੇ ਨਾ ਹੁਣ ਆਹ ਵਾਲਾ ਜਿਹੜਾ ਆ ਨਵਾਂ ਰੂਲ ਬਣਾ ਦਿੱਤਾ। ਤੇ ਕਈ ਵਾਰੀ ਕਲਾਸ ਦੇ ਵਿੱਚ ਬॉयਜ਼ ਨੇ ਕਹਿਣਾ ਰੂਲ ਤਾਂ ਹੁੰਦੇ ਹੀ ਟੁੱਟਣ ਦੇ ਲਈ ਆ, ਮਤਲਬ ਇੰਨਾ ਲਾਈਟਲੀ ਲੈਣਾ ਕਿ ਹਾਂਜੀ ਰੂਲ ਤੇ ਬਣਦੇ ਜਿਹੜੇ ਆ ਬ੍ਰੇਕ ਕਰਨ ਦੇ ਲਈ ਆ, ਟੁੱਟਣ ਦੇ ਲਈ। ਤਾਂ ਅੱਜ ਵੀ ਬਹੁਤ ਸਾਰੇ ਲੋਕੀ ਇੱਦਾਂ ਹੀ ਕਹਿੰਦੇ ਆ ਕਾਨੂੰਨ ਤਾਂ ਹੁੰਦੇ ਹੀ ਤੋੜਨ ਦੇ ਲਈ ਆ, ਮਤਲਬ ਜੇ ਇੱਥੇ 40 ਦੀ ਸਪੀਡ ਲਿਖਿਆ ਉੱਥੇ ਆਪਾਂ 60 ਤੇ ਜਾਣਾ, ਜਿੱਥੇ 60 ਦੀ ਲਿਖਿਆ ਉੱਥੇ ਆਪਾਂ 70 ਤੇ ਜਾਣਾ, ਜਿੱਥੇ ਨਾਕਾ ਦੇਖਿਆ ਫਿਰ ਦੇਖਿਆ ਦੂਰੋਂ ਹੀ ਖਾਕੀ ਵਰਦੀ ਨਜ਼ਰ ਆਉਂਦੀ ਆ, ਫਿਰ ਸਪੀਡ ਨੂੰ ਜਿਹੜਾ ਹੈ ਕੰਟਰੋਲ ਵਿੱਚ ਕਰ ਲੈਣਾ। ਤੇ ਮੇਰੇ ਭੈਣੋ ਭਰਾਵੋ, ਜਿੱਥੇ ਉਹ ਨਾਕੇ ਤੇ ਖਲੋਤੇ ਵਾਲਿਆਂ ਦੀ ਨਜ਼ਰ ਜਿਹੜੀ ਤੁਹਾਡੀ ਸਪੀਡ ਮੀਟਰ ਨੂੰ ਨਹੀਂ ਰੀਡ ਕਰ ਰਹੀ, ਉਹ ਜਿਹੜਾ ਉੱਪਰ ਆਪਣਾ ਬਾਪੂ ਸਭਨਾ ਦਾ ਬੈਠਾ ਆ, ਜਿਹੜਾ ਸਰਵ ਸ਼ਕਤੀਮਾਨ ਪਰਮੇਸ਼ਵਰ ਆ, ਉਹਦੀ ਨਜ਼ਰ ਤੁਹਾਡੇ ਸਪੀਡ ਮੀਟਰ ਤੇ, ਤੁਹਾਡੇ ਮਨ ਦੇ ਸਪੀਡ ਮੀਟਰ ਤੇ, ਤੁਹਾਡੀਆਂ ਸੋਚਾਂ ਦੇ ਸਪੀਡ ਮੀਟਰ ਤੇ, ਤੁਹਾਡੀ ਜ਼ੁਬਾਨ ਦੇ ਸਪੀਡ ਮੀਟਰ ਤੇ, ਤੁਹਾਡੀ ਧੜਕਣ ਦੇ ਸਪੀਡ ਮੀਟਰ ਤੇ, ਉਹ ਐਵਰੀ ਸਪੀਡ ਨੂੰ ਜਿਹੜਾ ਆ ਉਹ ਨੋਟ ਕਰ ਰਿਹਾ। ਸੋ ਬੀ ਅਵੇਅਰ, ਬੀ ਕੇਅਰਫੁਲ, ਠੀਕ ਹੈ। ਇਸ ਲਈ ਬਹੁਤ ਜ਼ਰੂਰੀ ਆ ਕਿ ਤੁਸੀਂ ਜਿਹੜਾ ਆ ਉਹ ਸੁਚੇਤ ਹੋ ਜਾਓ, ਠੀਕ ਹੈ, ਸਮਝਦਾਰੀ ਦੇ ਨਾਲ ਚੱਲੋ। ਇਸ ਲਈ ਇਹਨੂੰ ਸਿਰਫ ਮਨੁੱਖਾਂ ਦੇ ਹੁਕਮ ਵਾਂਗ ਲਾਈਟਲੀ ਨਾ ਲਵੋ ਕਿ ਪਰਮੇਸ਼ਵਰ ਨੇ ਕਿਹਾ ਕਿ ਇਹਨਾਂ ਦੇ ਜਿਹੜੇ ਦਿਲ ਆ ਉਹ ਮੈਥੋਂ ਦੂਰ ਆ। ਇਹ ਤਾਂ ਇੱਕ ਆਮ ਮਨੁੱਖ ਵੀ ਇੱਦਾਂ ਹੀ ਕਹਿ ਦਿੰਦੇ ਤੈਨੂੰ ਮੇਰੀ ਸਮਝ ਨਹੀਂ ਆਈ, ਤਾਂ ਪਰਮੇਸ਼ਵਰ ਨੇ ਕਹਿਤਾ ਤਾਂ ਕੀ ਗੱਲ ਹੋਈ। ਇਹ ਛੋਟੀ ਜੀ ਗੱਲ ਨਹੀਂ ਆ, ਇਹ ਬਹੁਤ ਵੱਡੀ ਗੱਲ ਆ। ਪਰ ਇਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋਗੇ ਨਾ, ਪਵਿੱਤਰ ਆਤਮਾ ਜੀ ਨੂੰ ਪੁੱਛੋ ਕਿ ਪ੍ਰਭੂ ਪਵਿੱਤਰ ਆਤਮਾ, ਪਰਮੇਸ਼ਵਰ ਦੇ ਆਤਮਾ ਮੈਨੂੰ ਦੱਸੋ ਇਹਦਾ ਮੀਨਿੰਗ ਮੇਰੀ ਲਾਈਫ ਦੇ ਵਿੱਚ ਕੀ ਆ। ਹੀ ਸ਼ੋਜ਼ ਯੂ, ਉਹ ਤੁਹਾਨੂੰ ਦਿਖਾਉਂਦਾ ਆ ਕਿ ਉਹਦਾ ਮੀਨਿੰਗ ਕੀ ਆ, ਹੈ ਨਾ। ਐਂਡ ਹੀ ਵਿਲ ਟੀਚ ਯੂ, ਉਹ ਤੁਹਾਨੂੰ ਸਿਖਾਏਗਾ, ਡੈਫੀਨੇਟਲੀ ਸਿਖਾਏਗਾ, ਕਿਉਂਕਿ ਪਵਿੱਤਰ ਆਤਮਾ ਨਾਲੋਂ ਵਧੀਆ ਟੀਚਰ ਜਿਹੜਾ ਆ ਉਹ ਨਹੀਂ ਆ। ਕਹਿੰਦਾ ਇਸ ਲਈ ਵੇਖੋ ਮੈਂ ਫਿਰ ਇਸ ਪਰਜਾ ਨਾਲ ਅਚਰਜ ਕੰਮ ਕਰਾਂਗਾ, ਅਜੂਬਾ ਕੰਮ ਕਰਾਂਗਾ, ਉਹਨਾਂ ਦੇ ਬੁੱਧੀਮਾਨਾਂ ਦੀ ਬੁੱਧ ਨਾਸ ਹੋ ਜਾਏਗੀ। ਇਹੋ ਜਿਹੇ ਡੇਂਜਰਸ ਕੰਮ ਹੋਣਗੇ ਕਿ ਜਿਹੜੇ ਲੋਕ ਕਹਿੰਦੇ ਹਾਂਜੀ ਅਸੀਂ ਜਿਹੜਾ ਆ ਉਹ ਆਪਣੇ ਦੇਸ਼ ਲਈ ਇੱਕ ਵਧੀਆ ਫੈਸਲਾ ਲੈ ਸਕਦੇ, ਤੇ ਮਤਲਬ ਉਹਨਾਂ ਦੀ ਬੁੱਧ ਜਿਹੜੀ ਨਾ ਉਹ ਕਹੇਗੀ ਉਹ ਇਹ ਕੀ ਹੋ ਗਿਆ, ਇਹ ਸਾਡੀ ਸਮਝ ਤੋਂ ਪਰੇ ਹੋ ਗਿਆ, ਅਸੀਂ ਇਹਦੇ ਲਈ ਕੁਛ ਨਹੀਂ ਕਰ ਸਕਦੇ। ਡਾਕਟਰਸ ਬਿਮਾਰੀਆਂ ਦਾ ਇਲਾਜ ਕਰਦੇ ਆ, ਰਾਈਟ। ਜਦੋਂ ਕੋਈ ਬਿਮਾਰ ਹੁੰਦਾ ਭੱਜ ਕੇ ਡਾਕਟਰ ਦੇ ਕੋਲ ਜਾਂਦਾ ਆ, ਜੇ ਕਿਸੇ ਦਾ ਸਿਰ ਦੁਖਦਾ ਭੱਜ ਕੇ ਕੈਮਿਸਟ ਸਟੋਰ ਤੇ ਜਾਂਦਾ। ਪਰ ਇਸ ਵੇਲੇ ਤੁਸੀਂ ਦੇਖੋ ਡਾਕਟਰਸ ਕੀ ਕਹਿੰਦੇ ਆ, ਸਾਡੇ ਵੱਸੋਂ ਬਾਹਰ ਆ, ਠੀਕ ਆ। ਅੱਜ ਇੱਕ ਟੈਸਟੀਮਨੀ ਜਿਹੜੀ ਭੈਣ ਨੇ ਦੱਸੀ, ਉਹ ਕਹਿੰਦੀ ਕਿ ਮੇਰੇ ਕੋਲ ਬਾਈਬਲ ਸੀਗੀ, ਮੈਂ ਬਾਈਬਲ ਪੜ੍ਹਦੀ ਸੀ ਔਰ ਮੈਂ ਉਸੇ ਇਨਕਰੇਜਮੈਂਟ ਦੇ ਨਾਲ ਇਸ ਚੀਜ਼ ਦੇ ਨਾਲ ਲੜੀ ਔਰ ਪਰਮੇਸ਼ਵਰ ਨੇ ਸ਼ਿਫਾ ਦਿੱਤੀ। ਤੇ ਉਹਨੇ ਦੱਸਿਆ ਕਹਿੰਦੀ ਡਾਕਟਰਸ 5 ਜਾਂ 6 ਮੀਟਰ ਦੀ ਦੂਰੀ ਤੋਂ ਜਿਹੜੀ ਉਹਦੇ ਨਾਲ ਗੱਲ ਕਰਦੇ ਸੀ। ਤਾਂ ਤੁਸੀਂ ਸੋਚੋ ਕਿ ਇਸ ਵੇਲੇ ਉਹ ਬੁੱਧੀ ਜੀਵਾਂ ਦੀ ਬੁੱਧੀ ਜਿਹੜੀ ਆ ਉਹ ਨਹੀਂ ਕੰਮ ਕਰ ਰਹੀ ਕਿ ਇਸ ਚੀਜ਼ ਦੇ ਲਈ ਕੀ ਕਰਨਾ ਆ। ਆਪਣੇ ਦੇਸ਼ ਦੇ ਜਿਹੜੇ ਆ ਨੋਟ ਸਿਰਫ ਇੰਡੀਆ ਦੇ ਨਹੀਂ ਪਰ ਵਰਲਡ ਵਾਈਡ ਜਿਹੜੇ ਆ, ਮਤਲਬ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹਨਾਂ ਦੀ ਜਿਹੜੀ ਆ ਇਕਨੋਮੀ ਇੰਨੀ ਡਾਊਨ ਜਾ ਰਹੀ ਆ। ਲੋਕਡਾਊਨ ਕਰਨ ਦਾ ਕਰਕੇ ਬਿਜ਼ਨਸ ਠੱਪ ਪਏ ਆ, ਜਹਾਜ਼ ਬੰਦ ਪਏ ਆ, ਫੈਕਟਰੀਆਂ ਬੰਦ ਪਈਆਂ ਆ, ਲੇਬਰ ਕੰਮ ਨਹੀਂ ਕਰ ਰਹੀ, ਹੈ ਨਾ।
ਲੋਕੀ ਭੁੱਖੇ ਮਰ ਰਹੇ ਆ, ਲੋਕੀ ਬਿਮਾਰੀ ਦੇ ਵਿੱਚ ਮਰ ਰਹੇ ਆ, ਔਰ ਵੈਂਟੀਲੇਟਰਸ ਨਹੀਂ ਹੈਗੇ, ਇਹਦਾ ਕੋਈ ਵੈਕਸੀਨ ਨਹੀਂ ਹੈਗਾ, ਕੋਈ ਟ੍ਰੀਟਮੈਂਟ ਨਹੀਂ ਹੈਗਾ। ਤਾਂ ਮਤਲਬ ਉਹਨਾਂ ਸਾਰਿਆਂ ਦੀਆਂ ਬੁੱਧੀਆਂ ਜਿਹੜੀਆਂ ਆ ਉਹ ਪਤਾ ਨਹੀਂ ਲੱਗ ਰਿਹਾ ਕਿ ਉਹ ਕੀ ਕਰਨ। ਤਾਂ ਪਰਮੇਸ਼ਵਰ ਨੇ ਕਿਹਾ, ਕਹਿੰਦਾ ਜਦੋਂ ਇਹ ਲੋਕੀ ਜਿਹੜੇ ਆ ਮਨ ਤੋਂ ਨਹੀਂ ਮੰਨਣਗੇ ਤਾਂ ਫਿਰ ਉਹਨੇ ਇਹ ਕੰਮ ਕਰਨੇ ਆ। ਕਹਿੰਦਾ ਮੈਂ ਅਚਰਜ ਕੰਮ ਕਰੂੰਗਾ, ਮਤਲਬ ਅਜੀਬ ਅਜੂਬੇ ਕਿ ਜਿਹੜੇ ਵੰਡਰਫੁਲ ਕੰਮ ਹੋਣਗੇ ਉਹਦੇ। ਵੰਡਰਫੁਲ ਸਮਟਾਈਮਸ ਅਸੀਂ ਕਹਿੰਦੇ ਕਿ ਹਾਂਜੀ ਇਟਸ ਵੰਡਰਫੁਲ, ਕਿ ਇਹ ਜਿਹੜਾ ਇਹ ਸ਼ਾਇਦ ਬਹੁਤ ਵਧੀਆ ਹੈ। ਵੰਡਰਫੁਲ ਦਾ ਮਤਲਬ ਬਹੁਤ ਵਧੀਆ ਨਹੀਂ ਹੁੰਦਾ, ਵੰਡਰਫੁਲ ਦਾ ਮਤਲਬ ਅਜੀਬ ਆ, ਠੀਕ ਆ, ਕੁਛ ਵੱਖਰਾ ਹੀ ਆ। ਤੇ ਉਹ ਇਹੋ ਜਿਹੇ ਵੱਖਰੇ ਕੰਮ ਕਰੇਗਾ ਜਿੱਥੇ ਬੁੱਧੀਜੀਵਾਂ ਦੀ ਬੁੱਧੀ ਜਿਹੜੀ ਆ ਨਾ ਉਹ ਕੰਮ ਕਰਨੀ ਬੰਦ ਹੋ ਜਾਏਗੀ। ਔਰ ਕਹਿੰਦਾ ਉਹਨਾਂ ਦੇ ਚਤਰਿਆਂ ਦੀ ਚੁਤਰਾਈ ਲੁਕਾਈ ਜਾਵੇਗੀ। ਇਹੋ ਜਿਹੇ ਕੰਮ ਪਰਮੇਸ਼ਵਰ ਜੀ ਕਰ ਦੇਣਗੇ ਕਿ ਜਿਹੜੇ ਆਪਣੇ ਆਪ ਨੂੰ ਕਹਿੰਦੇ ਨਾ ਕਿ ਅਸੀਂ ਜੀ ਫਿਲਾਸਫਰਸ ਆ, ਜਾਂ ਅਸੀਂ ਬਹੁਤ ਕਿ ਸਾਨੂੰ ਬਹੁਤ ਅਕਲ ਆ, ਅਸੀਂ ਬਹੁਤ ਬੁੱਧੀਜੀਵ ਆ, ਹੈ। ਤਾਂ ਜਿਹੜੇ ਉਹ ਲੋਕੀ ਆ ਨਾ ਉਹਨਾਂ ਦੀ ਚਤਰਾਈ ਵੀ ਜਿਹੜੀ ਆ ਲੁਕਾਈ ਜਾਊਗੀ। ਉਹਨਾਂ ਨੂੰ ਵੀ ਪਤਾ ਨਹੀਂ ਲੱਗਣਾ ਕਿ ਇਹ ਚੀਜ਼ਾਂ ਜਿਹੜੀਆਂ ਅਜੀਬ ਕੰਮ ਪਰਮੇਸ਼ਵਰ ਨੇ ਕਰ ਦਿੱਤੇ ਆ, ਹੁਣ ਇਹਨਾਂ ਦੇ ਬਾਰੇ ਕੀ ਕੀਤਾ ਜਾਵੇ, ਹੈ ਨਾ। ਕਈ ਵਾਰੀ ਦੇਖੋ ਕਈਆਂ ਨੇ ਅਰਥ ਸ਼ਾਸਤਰ ਆ ਜਿਹੜਾ ਉਹਨਾਂ ਨੇ ਉਹਦਾ ਬਹੁਤ ਅਧਿਐਨ ਕੀਤਾ, ਉਹਦੇ ਬਹੁਤ ਅੱਛੇ ਟੀਚਰਸ ਆ, ਉਹਨਾਂ ਦਾ ਪਰਸਨਲੀ ਅਰੇ ਜਿਹੜਾ ਆ ਉਹ ਦੁਨਿਆਵੀ ਤੌਰ 'ਤੇ ਉਹਨਾਂ ਦਾ ਐਕਸਪੀਰੀਅੰਸ ਬਹੁਤ ਅੱਛਾ ਹੋ ਸਕਦਾ ਹੈ। ਪਰ ਇਹੋ ਜਿਹੇ ਹਾਲਾਤ ਕਈ ਵਾਰੀ ਪਰਮੇਸ਼ਵਰ ਜੀ ਪੈਦਾ ਕਰ ਦਿੰਦੇ ਆ ਕਿ ਸਮਝ ਨਹੀਂ ਆਉਂਦੀ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਹੈਂਡਲ ਕਰਨਾ, ਕਿੱਦਾਂ ਟੈਕਲ ਕਰਨਾ ਆ, ਹੈ ਨਾ। ਤਾਂ ਇੱਦਾਂ ਵਚਨ ਦੱਸਦਾ ਆ ਕਿ ਪਰਮੇਸ਼ਵਰ ਦਾ ਜਦੋਂ ਕ੍ਰੋਧ ਆਉਂਦਾ ਆ ਨਾ ਮਨੁੱਖ ਦੇ ਉੱਤੇ, ਤੇ ਉਦੋਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਆ। ਕਹਿੰਦਾ ਹਾਏ ਉਹਨਾਂ ਉੱਤੇ ਜਿਹੜੇ ਯਹੋਵਾ ਤੋਂ ਆਪਣੀ ਸਲਾਹ ਡੂੰਘੀ ਰੱਖ ਕੇ ਲੁਕਾਉਂਦੇ ਹਨ, ਜਿਨ੍ਹਾਂ ਦੇ ਕੰਮ ਹਨੇਰੇ ਵਿੱਚ ਹਨ, ਅਤੇ ਜਿਹੜੇ ਆਖਦੇ ਹਨ ਕੌਣ ਸਾਨੂੰ ਵੇਖਦਾ ਅਤੇ ਕੌਣ ਸਾਨੂੰ ਜਾਣਦਾ। ਕਿ ਪਰਮੇਸ਼ਵਰ ਉਹਨਾਂ ਦੇ ਉੱਤੇ ਹਾਏ ਕਹਿੰਦੇ ਆ। ਹਾਏ ਮੀਨਸ ਇੱਕ ਲਾਨਤ ਦੇ ਵਾਂਗ ਆ, ਠੀਕ ਆ। ਹਾਏ ਮਤਲਬ ਕਈ ਵਾਰੀ ਕੁਛ ਬਹੁਤ ਜ਼ਿਆਦਾ ਹੇਠਲੇ ਲੈਵਲ ਦਾ ਕਿ ਹਾਏ ਉਹਨਾਂ ਦੇ ਉੱਤੇ ਆ। ਕਈ ਵਾਰੀ ਆਪਾਂ ਕਹਿੰਦੇ ਹਾਏ ਇਹਦਾ ਕਿੰਨਾ ਮਾੜਾ ਹਾਲ ਆ, ਹੈ ਨਾ। ਤਾਂ ਸੇਮ ਵੇ ਦੇ ਨਾਲ ਆਈ ਕਾਂਟ ਐਕਸਪਲੇਨ, ਮੇਰੇ ਕੋਲ ਵਰਡਸ ਨਹੀਂ ਕਿ ਜਿਹਦੇ ਨਾਲ ਮੈਂ ਐਕਸਪਲੇਨ ਕਰ ਸਕਾਂ ਕਿ ਹਾਏ ਸ਼ਬਦ ਜਿਹੜਾ ਇੰਨਾ ਮਤਲਬ ਦੁਖੀ ਸ਼ਬਦ ਆ ਕਿ ਇੰਨਾ ਜ਼ਿਆਦਾ ਉਹਨਾਂ ਦੇ ਉੱਤੇ ਦੁੱਖ ਆ ਪਰਮੇਸ਼ਵਰ ਨੂੰ ਕਿ ਜਿਹੜੇ ਯਹੋਵਾ ਤੋਂ ਆਪਣੀ ਸਲਾਹ ਡੂੰਘੀ ਰੱਖਦੇ, ਜਿਹੜੇ ਪਰਮੇਸ਼ਵਰ ਤੋਂ ਸੋਚਦੇ ਨਾ ਕਿ ਮੈਂ ਜੋ ਆਪਣੇ ਮਨ ਵਿੱਚ ਸੋਚ ਰਿਹਾ ਆ। ਫਰਜ਼ ਕਰੋ ਕਿ ਤੁਹਾਡੇ ਗੁਆਂਢ ਦੇ ਵਿੱਚ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਵਿਧਵਾ ਆ, ਫਰਜ਼ ਕਰੋ ਕਿ ਤੁਹਾਡੇ ਭਰਾ ਦੀ ਵਿਧਵਾ ਆ ਜਾਂ ਕੋਈ ਹੋਰ ਵਿਧਵਾ ਆ, ਫਰਜ਼ ਕਰੋ, ਠੀਕ ਹੈ, ਜਿਹੜੀ ਤੁਹਾਡੇ ਟੱਚ ਦੇ ਵਿੱਚ ਆ, ਤੇ ਤੁਸੀਂ ਇੱਕ ਸਲਾਹ ਬਣਾ ਰਹੇ ਹੋ ਕਿ ਇਹਨੂੰ ਕੁਛ ਦੇਰ ਤੱਕ ਉਧਾਰ ਦੇਈ ਚੱਲੋ, ਇਹਨੂੰ ਰਾਸ਼ਨ ਚੁਕਾਈ ਚੱਲੋ। ਤਾਂ ਮਤਲਬ ਹੁਣ ਤੁਸੀਂ ਜਦੋਂ ਦੇਣ ਦਾ ਮੌਕਾ ਆਉਣਾ ਆ ਉਹਦੇ ਲਈ, ਤਾਂ ਤੁਸੀਂ ਉਹਨੂੰ ਕਹੋ ਕਿ ਤੇਰੇ ਕੋਲ ਹੁਣ ਪੈਸੇ ਤਾਂ ਹੈ ਨਹੀਂ, ਤੇ ਕਿਸੇ ਡਾਕੂਮੈਂਟ ਦੇ ਉੱਤੇ ਤੁਸੀਂ ਸਾਈਨ ਕਰਾ ਕੇ ਤੇ ਉਹਦੀ ਜ਼ਮੀਨ ਨੂੰ ਜਿਹੜਾ ਆ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕਰੋ। ਔਰ ਤੁਹਾਨੂੰ ਲੱਗਦਾ ਪਰਮੇਸ਼ਵਰ ਨੂੰ ਕੀ ਪਤਾ ਆ? ਨਹੀਂ, ਪਰਮੇਸ਼ਵਰ ਨੂੰ ਸਭ ਕੁਛ ਪਤਾ ਆ। ਕਹਿੰਦਾ ਹਾਏ ਆ ਇਹੋ ਜਿਹੇ ਮਨੁੱਖਾਂ ਤੇ ਜਿਹੜੀ ਯਹੋਵਾ ਕੋਲੋਂ ਆਪਣੀ ਸਲਾਹ ਨੂੰ ਡੂੰਘੀ ਰੱਖਦੇ ਆ। ਮਤਲਬ ਉਹਨਾਂ ਨੂੰ ਲੱਗਦਾ ਕਿ ਪਰਮੇਸ਼ਵਰ ਨੂੰ ਵੀ ਨਹੀਂ ਪਤਾ ਲੱਗਣਾ ਜੋ ਉਹਨਾਂ ਦੇ ਮਨ ਵਿੱਚ ਚੱਲ ਰਿਹਾ। ਕਈ ਵਾਰੀ ਅਸੀਂ ਇੱਕ ਅਜੀਬ ਜਿਹੜੀ ਚੀਜ਼ ਆ, ਦੇਖੋ ਕਈ ਵਾਰੀ ਫਨੀ ਚੀਜ਼ਾਂ ਆ ਜਿਹੜੀਆਂ ਹਰੇਕ ਕੀ ਮੋਸਟਲੀ ਮੇਲਿਆਂ ਦੇ ਵਿੱਚ, ਸਿਨੇਮਿਆਂ ਦੇ ਵਿੱਚ, ਧਾਰਮਿਕ ਸਥਾਨਾਂ ਤੇ ਚੱਲਦੀਆਂ, ਉਹ ਕੀ ਆ, ਜੇਬ ਕਤਰੇ ਆ ਜਾਂਦੇ ਆ, ਹਨਾ। ਤੇ ਦੇਖੋ ਉਹ ਲੋਕੀ ਮਤਲਬ ਉੱਥੇ ਤੁਹਾਨੂੰ ਕੀ ਲੱਗਦਾ ਕਿ ਉਹ ਆਣ ਕੇ ਕਹਿਣਗੇ ਜੀ ਮੈਂ ਜੇਬ ਕਤਰਾ ਆ, ਮੇਰੇ ਤੋਂ ਸੁਚੇਤ ਹੋ ਜਾਓ? ਨਹੀਂ, ਉਹਨੇ ਆਣ ਕੇ ਕੁਝ ਨਹੀਂ ਏਦਾਂ ਦਾ ਕਹਿਣਾ। ਉਹ ਵੀ ਤੁਹਾਡੇ ਨਾਲ ਹਾਲੇਲੂਇਆ ਕਹਿਣਗੇ, ਉਹ ਤੁਹਾਡੇ ਨਾਲ ਆਮੀਨ ਵੀ ਕਹਿਣਗੇ, ਉਹ ਤੁਹਾਡੇ ਨਾਲ ਅੱਖਾਂ ਵੀ ਬੰਦ ਕਰਨਗੇ। ਔਰ ਜਦੋਂ ਤੁਹਾਡੀਆਂ ਸੱਚੀ ਦੀਆਂ ਬੰਦ ਹੋ ਗਈਆਂ ਤਾਂ ਫਿਰ ਉਹ ਆਪਣੀਆਂ ਖੋਲ ਕੇ ਕੰਮ ਕਰਕੇ ਫੁਰਰ ਹੋ ਜਾਣਗੇ। ਤਾਂ ਮਤਲਬ ਉਸ ਵੇਲੇ ਉਹ ਭਾਵੇਂ ਉਸ ਧਾਰਮਿਕ ਸਥਾਨ ਤੇ ਹੋਣ, ਚਾਹੇ ਉਹਨਾਂ ਨੂੰ ਪਤਾ ਵੀ ਆ ਕਿ ਤੁਸੀਂ ਅੱਖਾਂ ਬੰਦ ਕਰਕੇ ਪਰਮੇਸ਼ਵਰ ਦੀ ਮਹਿਮਾ ਕਰ ਰਹੇ ਹੋ, ਪਰ ਉਹ ਤੁਹਾਡਾ ਜਿਹੜਾ ਆ ਪਰਸ ਜਾਂ ਉਹਦੇ ਵਿੱਚੋਂ ਜੋ ਉਹਨਾਂ ਨੂੰ ਚਾਹੀਦਾ ਉਹ ਕੱਢ ਕੇ ਜਿਹੜਾ ਆ ਉਹ ਰਫੂ ਚੱਕਰ ਹੋ ਜਾਣਗੇ। ਤਾਂ ਮਤਲਬ ਉਹ ਲੋਕੀ ਆਪਣੀ ਸਲਾਹ ਨੂੰ ਲੁਕਾਉਂਦੇ ਆ, ਹਨਾ। ਆਪਾਂ ਇੱਕ ਐਗਜ਼ਾਮਪਲ ਦੇ ਤੌਰ ਤੇ, ਆਪਾਂ ਇੱਕ ਉਦਾਹਰਨ ਦੇ ਤੌਰ ਤੇ ਗੱਲ ਕਰ ਰਹੇ ਹਾਂ ਕਿ ਉਹ ਆਪਣੀ ਸਲਾਹ ਨੂੰ ਜਿਹੜੀ ਆ ਉਹ ਲੁਕਾਉਂਦੇ। ਉਹਨਾਂ ਨੂੰ ਲੱਗਦਾ ਕਿ ਪਰਮੇਸ਼ਵਰ ਨੂੰ ਨਹੀਂ ਪਤਾ ਕਿ ਮੇਰੇ ਮਾਈਂਡ 'ਚ ਕੀ ਚੱਲ ਰਿਹਾ ਜਾਂ ਮੈਂ ਕਿਸ ਪਲੈਨਿੰਗ ਦੇ ਨਾਲ ਆਇਆ। ਕਹਿੰਦਾ ਜਿਨ੍ਹਾਂ ਦੇ ਕੰਮ ਹਨੇਰੇ ਵਿੱਚ ਹੁੰਦੇ ਆ, ਹਨਾ। ਇੱਕ ਕੋਈ ਇਨਸਾਨ ਆ, ਉਹ ਕਿਸੇ ਦੇ ਲਈ ਗਲਤ ਭਾਵਨਾ ਰੱਖਦਾ ਆਪਣੇ ਮਨ ਵਿੱਚ, ਉਹਨੂੰ ਲੱਗਦਾ ਮੈਨੂੰ ਕੌਣ ਦੇਖਦਾ ਹੈ ਤੇ ਮੇਰੇ ਅੰਦਰ ਦੀ ਫੀਲਿੰਗ ਆ। ਨਹੀਂ, ਉਹ ਤੁਹਾਨੂੰ ਲੱਗਦਾ ਕਿ ਅੰਦਰ ਦੀ ਫੀਲਿੰਗ ਆ, ਪਰ ਚੇਤੇ ਰੱਖਿਓ ਵਚਨ ਦੇ ਵਿੱਚ ਇੱਦਾਂ ਲਿਖਿਆ ਕਿ ਯਹੋਵਾ ਹਨੇਰੇ ਵਿੱਚ ਵੀ ਇੱਦਾਂ ਦੇਖਣ ਦੀ ਜਿਹੜੀ ਆ ਉਹ ਰੱਖਦਾ ਆ ਸਾਮਰਥ, ਜਿੱਦਾਂ ਚਾਨਣ ਦੇ ਵਿੱਚ ਉਹਨੂੰ ਸਭ ਕੁਛ ਨਜ਼ਰ ਆਉਂਦਾ ਆ।
ਤਾਂ ਆਪਾਂ ਜਿਹੜਾ ਉਹ ਹੈਗਾ ਭਜਨ ਗਾਉਂਦੇ ਹੁੰਦੇ ਆ, ਖੁਦਾਇਆ ਤੇਰੀ ਰੂਹ ਤੋਂ ਨੱਠ ਕੇ ਮੈਂ ਕਿੱਧਰ ਜਾਵਾਂ, ਤੇ ਉਹ 'ਚ ਕਹਿੰਦਾ ਨਾ ਹਨੇਰੀ ਰਾਤ ਤੇਰੇ ਸਾਹਮਣੇ ਹੈ ਵਾਂਗ ਚਾਨਣ ਦੇ। ਭਾਵ ਮਤਲਬ ਹਨੇਰੇ ਵਿਚਲੀਆਂ ਚੀਜ਼ਾਂ ਜਿਹੜੀਆਂ ਅਸੀਂ ਛੁਪ ਕੇ ਜਾਂ ਲੁਕਾ ਕੇ ਕਰਦੇ, ਉਹ ਪਰਮੇਸ਼ਵਰ ਦੇ ਅੱਗੇ ਚਾਨਣ ਦੇ ਨਿਆਈ ਆ, ਉਹਨੂੰ ਸਭ ਨਜ਼ਰ ਆਉਂਦਾ। ਇਹ ਨਾ ਸੋਚੋ ਕਿ ਨਾਈਟ ਵਿਜ਼ਨ ਜਿਹੜਾ ਉਹ ਪਰਮੇਸ਼ਵਰ ਦਾ ਹੈ ਨਹੀਂ, ਉਹ ਸਿਰਫ ਦਿਨ ਦੇ ਵਿੱਚ ਚਾਨਣ 'ਚ ਨਜ਼ਰ ਆਉਂਦਾ, ਤੇ ਉਹਨੂੰ ਹਨੇਰੇ ਵਿੱਚ ਵੀ ਸਭ ਕੁਝ ਨਜ਼ਰ ਆਉਂਦਾ ਆ। ਸਿਰਫ ਉਹੀ ਪਰਮੇਸ਼ਵਰ ਆ, ਹਨੇਰੇ ਦਾ ਵੀ ਕਰਤਾਰ ਉਹੀ ਆ ਤੇ ਚਾਨਣ ਦਾ ਸਿਰਜਣਹਾਰ ਵੀ ਉਹੀ ਆ। ਇਸ ਲਈ ਆਪਣੇ ਮਨਾਂ 'ਚੋਂ ਭਰਮ ਕੱਢ ਦਿਓ ਕਿ ਜੋ ਤੁਹਾਡੇ ਮਨ ਦੇ ਅੰਦਰ ਚੱਲ ਰਿਹਾ ਉਹ ਪਰਮੇਸ਼ਵਰ ਨੂੰ ਨਹੀਂ ਸਮਝ ਆਉਂਦਾ। ਪਰਮੇਸ਼ਵਰ ਜੀ ਨੂੰ ਇੱਕ ਇੱਕ ਗੱਲ, ਇੱਕ ਇੱਕ ਸੋਚ ਜਿਹੜੀ ਸਾਡੇ ਅੰਦਰ ਚੱਲਦੀ ਆ ਨਾ, ਉਹ ਸਭ ਸਮਝ ਆਉਂਦੀ ਆ। ਅਰ ਦੇਖੋ ਕਹਿੰਦਾ, ਕਈ ਕਹਿੰਦੇ, ਉਹ ਕਹਿੰਦੇ ਕਿ ਕੌਣ ਆ ਸਾਨੂੰ ਜਾਣਦਾ, ਤਾਂ ਪਰਮੇਸ਼ਵਰ ਜੀ ਤੁਹਾਨੂੰ ਜਾਣਦੇ ਆ। ਇਸ ਲਈ ਪਲੀਜ਼ ਪਲੀਜ਼ ਪਲੀਜ਼, ਜੇ ਕਿਸੇ ਦੀ ਲਾਈਫ ਦੇ ਵਿੱਚ ਇੱਦਾਂ ਆ ਕਿ ਉਹ ਸੀਰੀਅਸਲੀ ਨਹੀਂ ਲੈਂਦਾ ਪਰਮੇਸ਼ਵਰ ਨੂੰ, ਤਾਂ ਤੁਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਕ੍ਰੋਧ ਲਈ ਬੂਹਾ ਨਾ ਖੋਲੋ। ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਸਬਮਿਟ ਕਰ ਦਿਓ, ਤੌਬਾ ਕਰ ਲਓ ਪਰਮੇਸ਼ਵਰ ਦੇ ਅੱਗੇ ਕਿ ਹੇ ਪ੍ਰਭੂ, ਜਿੰਨਾ ਚਿਰ ਮੈਂ ਓਪਰੇ ਬੁੱਲਾਂ ਦੇ ਨਾਲ ਨਾਮ ਲਿਆ ਉਹ ਤਾਂ ਨਿਕਲ ਗਿਆ, ਪਰ ਥੈਂਕ ਯੂ ਕਿ ਪ੍ਰਭੂ ਜੀ ਤੁਸੀਂ ਮੈਨੂੰ ਟਾਈਮ ਦੇ ਦਿੱਤਾ, ਐਟਲੀਸਟ ਮੈਂ ਦਿਲ ਦੇ ਨਾਲ ਹੁਣ ਕਰਾਂ। ਪ੍ਰਭੂ ਤੁਸੀਂ ਮੇਰੇ ਆਤਮਿਕ ਅੱਖਾਂ ਨੂੰ ਖੋਲ੍ਹਿਆ, ਮੇਰੀ ਤੁਸੀਂ ਬੁੱਧ ਨੂੰ ਖੋਲ੍ਹਿਆ, ਤਾਂ ਪਲੀਜ਼ ਸੇਵ ਯੋਰ ਟਾਈਮ। ਤੁਸੀਂ ਆਪਣੇ ਸਮੇਂ ਨੂੰ ਜਿਹੜਾ ਆ ਨਾ ਉਹ ਲਾਹੇਵੰਦ ਕਰ ਲਓ, ਇਹਨੂੰ ਬਚਾ ਲਓ, ਇਹਨੂੰ ਨਾਸ਼ ਨਾ ਕਰੋ। ਆਓ ਆਪਾਂ ਵਚਨ ਦੇ ਵਿੱਚ ਅੱਗੇ ਵਧਦੇ ਹਾਂ। ਯਸਾਇਆ ਦੀ ਕਿਤਾਬ ਉਹਦਾ 30 ਨੰਬਰ ਚੈਪਟਰ, ਔਰ ਉਹਦੇ ਵਿੱਚ ਆਪਾਂ ਦੇਖਦੇ ਫਸਟ ਨੰਬਰ ਵਰਸ ਦੇ ਵਿੱਚ ਹੀ ਕੀ ਲਿਖਿਆ, ਕਹਿੰਦਾ ਹਾਏ ਆਕੀ ਬਾਲਕਾਂ ਉੱਤੇ। ਆਕੀ ਦਾ ਮਤਲਬ ਜਿਹੜੇ ਆਖੇ ਨਾ ਲੱਗਣ, ਹਾਏ ਆ ਕਹਿੰਦਾ ਉਹਨਾਂ ਦੇ ਉੱਤੇ, ਮਤਲਬ ਫਿਰ ਤੋਂ ਉਹਨਾਂ ਦੇ ਉੱਤੇ ਵੀ ਦੁੱਖ ਆ, ਉਹਨਾਂ ਦੇ ਉੱਤੇ ਵੀ ਇੱਕ ਲਾਨਤ ਦੇ ਨਿਆਈ ਆ। ਅਰ ਕਹਿੰਦਾ ਹਾਏ ਆ ਉਹਨਾਂ ਦੇ ਉੱਤੇ, ਆਕੀ ਬਾਲਕਾਂ ਉੱਤੇ ਯਹੋਵਾ ਦਾ ਵਾਕ ਹੈ, ਕਿਸੇ ਮਨੁੱਖ ਦੀ ਗੱਲ ਨਹੀਂ ਆ, ਯਹੋਵਾ ਪਰਮੇਸ਼ਵਰ ਦਾ ਵਾਕ ਹੈ, ਜਿਹੜੇ ਸਲਾਹ ਕਰਦੇ ਹਨ ਪਰ ਮੇਰੇ ਵੱਲੋਂ ਨਹੀਂ। ਇਹੋ ਜਿਹਾ ਨਿਆਣਿਆਂ ਦੇ ਉੱਤੇ ਆਪਾਂ ਸਭ ਜਿਹੜੇ ਆ ਪਰਮੇਸ਼ਵਰ ਦੇ ਸਾਹਮਣੇ ਆਪਾਂ ਕੋਈ ਬਾਪੂ ਬੇਬੇ ਨਹੀਂ ਆ। ਪਰਮੇਸ਼ਵਰ ਦੇ ਸਾਹਮਣੇ ਆਪਾਂ ਕੋਈ ਵੀ ਜਿਹੜੇ ਆ ਉਹ ਡਾਕਟਰ, ਫਿਲਾਸਫਰ, ਟੀਚਰ, ਲੈਕਚਰਰ, ਇੰਜੀਨੀਅਰ, ਵਕੀਲ, ਜੱਜ ਕੁਛ ਨਹੀਂ ਆ। ਆਪਾਂ ਤੇ ਪਰਮੇਸ਼ਵਰ ਦੀ ਇੱਕ ਰਚਨਾ ਆ, ਠੀਕ ਹੈ। ਔਰ ਉਹ ਕਹਿੰਦਾ ਹਾਏ ਆ ਉਹਨਾਂ ਨਿਆਣਿਆਂ ਦੇ ਉੱਤੇ, ਯਹੋਵਾ ਦਾ ਵਾਕ ਆ ਇਹ, ਜਿਹੜੇ ਸਲਾਹ ਕਰਦੇ ਆ ਪਰ ਮੇਰੇ ਵੱਲੋਂ ਨਹੀਂ। ਇੱਕ ਖਾਸ ਚੀਜ਼ ਇਸ ਥਾਂ ਤੇ ਸਮਝ ਆਉਂਦੀ ਆ, ਜਦੋਂ ਆਪਾਂ ਪਰਮੇਸ਼ਵਰ ਜੀ ਨੂੰ ਮੰਨਣਾ ਸ਼ੁਰੂ ਕਰਦੇ ਆ ਤੇ ਆਪਾਂ ਕਹਿੰਦੇ ਜੀ ਹੁਣ ਅਸੀਂ ਪਰਮੇਸ਼ਵਰ ਦੇ ਧੀਆਂ ਪੁੱਤਰ ਬਣ ਗਏ ਆ, ਠੀਕ ਹੈ। ਤੇ ਜੇ ਆਪਾਂ ਪਰਮੇਸ਼ਵਰ ਜੀ ਦੇ ਧੀਆਂ ਪੁੱਤਰ ਬਣ ਗਏ ਆ ਤਾਂ ਇਹਦਾ ਮਤਲਬ ਇਹ ਆਇਤ, ਇਹ ਵਚਨ ਆਪਣੇ ਲਈ ਹੋਇਆ ਹੈ ਨਾ, ਕਿਉਂਕਿ ਦੇਖੋ ਇੱਥੇ ਕਿਹਾ ਹਾਏ ਆਕੀ ਬਾਲਕਾਂ ਦੇ ਉੱਤੇ। ਜਦੋਂ ਆਪਾਂ ਧੀਆਂ ਪੁੱਤਰ ਬਣ ਗਏ ਤੇ ਇਹਦਾ ਮਤਲਬ ਆਪਾਂ ਬਾਲਕ ਬਣ ਗਏ ਪਰਮੇਸ਼ਵਰ ਦੇ। ਪਰ ਜੇ ਆਪਾਂ ਆਕੀ ਆ, ਵਾਕਿਆ ਹੀ ਪਰਮੇਸ਼ਵਰ ਦੇ ਆਖੇ ਨਹੀਂ ਲੱਗਦੇ, ਤੇ ਇਹਦਾ ਮਤਲਬ ਹਾਏ ਸਾਡੇ ਉੱਤੇ ਆਉਂਦੀ ਆ ਫਿਰ ਉਹੀ ਹਾਏ, ਜਿਹੜੇ ਕਿ ਖੁਦ ਨੂੰ ਇਹ ਕਹਿੰਦੇ ਆ ਕਿ ਮੈਂ ਤੇ ਜੀ ਪਰਮੇਸ਼ਵਰ ਦਾ ਪੁੱਤਰ ਆ, ਮੈਂ ਪਰਮੇਸ਼ਵਰ ਦੀ ਧੀ ਆ, ਪਰਮੇਸ਼ਵਰ ਮੇਰਾ ਪਿਤਾ ਆ, ਮਤਲਬ ਸਭ ਦੇ ਸਾਹਮਣੇ ਅਸੀਂ ਇਹੀ ਜਿਹੜਾ ਆ ਰੌਲਾ ਪਾਇਆ ਆ। ਪਰ ਅਸਲ ਦੇ ਵਿੱਚ ਪਰਮੇਸ਼ਵਰ ਉਹਨਾਂ ਦੇ ਉੱਤੇ ਹਾਏ ਪਾਉਂਦਾ ਆ ਜਿਹੜੇ ਸੱਚੀ ਦੇ ਵਿੱਚ ਜਿਹੜੇ ਆ ਉਹ ਅਜੇ ਤੱਕ ਨਹੀਂ ਬਣ ਸਕੇ ਪਰਮੇਸ਼ਵਰ ਦੇ ਧੀਆਂ ਪੁੱਤਰ ਜਾਂ ਹੋਣ ਦਾ ਦਾਅਵਾ ਕਰਦੇ ਆ, ਪਰ ਉਹਨਾਂ ਦੇ ਪਰਮੇਸ਼ਵਰ ਜੀ ਦੇ ਆਖੇ ਨਹੀਂ ਲੱਗਦੇ। ਤਾਂ ਕਹਿੰਦੇ ਉਹ ਸਲਾਹ ਕਰਦੇ ਆ ਪਰ ਮੇਰੇ ਵੱਲੋਂ ਨਹੀਂ। ਉਹ ਸਲਾਹਾਂ ਤਾਂ ਕਰਦੇ ਆਪਾਂ ਇੱਦਾਂ ਕਰ ਲਈਏ, ਆਪਾਂ ਇੱਦਾਂ ਕਰ ਲਈਏ, ਆਪਾਂ ਉਹਨੂੰ ਆਹ ਕਹਿ ਦਈਏ, ਆਪਾਂ ਇਹਨੂੰ ਆਹ ਕਹਿ ਦਈਏ, ਪਰ ਕਹਿੰਦਾ ਉਹ ਮੇਰੇ ਵੱਲੋਂ ਨਹੀਂ ਆ। ਕਿਹਨਾਂ ਦੀ ਸਲਾਹ ਮੇਰੇ ਵੱਲੋਂ ਨਹੀਂ ਆ? ਪਰਮੇਸ਼ਵਰ ਵੱਲੋਂ ਨਹੀਂ ਆ, ਜਿਹੜੇ ਪਰਮੇਸ਼ਵਰ ਦੇ ਆਖੇ ਨਹੀਂ ਲੱਗਦੇ। ਕਿਉਂਕਿ ਜਿਹੜੇ ਪਰਮੇਸ਼ਵਰ ਦੇ ਆਖੇ ਨਹੀਂ ਲੱਗਦੇ ਉਹਨਾਂ ਦੀ ਕੋਈ ਵੀ ਸਲਾਹ ਨਹੀਂ ਚੰਗੀ ਹੋਣੀ, ਉਹਨਾਂ ਦੀ ਸਲਾਹ ਜਿਹੜੀ ਆ ਉਹ ਬਿਲਕੁਲ ਟੇਢੀ ਹੋਣੀ ਆ। ਇਸ ਲਈ ਜਿਹੜੇ ਪਰਮੇਸ਼ਵਰ ਦੇ ਆਖੇ ਲੱਗਦੇ ਉਹਨਾਂ ਦੀਆਂ ਸਲਾਹਾਂ ਹੋਰ ਹੋਣੀਆਂ। ਦੇਖੋ ਜਿਹੜੇ ਪਰਮੇਸ਼ਵਰ ਜੀ ਦੇ ਆਖੇ ਲੱਗਦੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਸਲਾਹ ਕੀ ਹੋਣੀ ਆ? ਆਪਾਂ ਵੱਧ ਤੋਂ ਵੱਧ ਪਰਮੇਸ਼ਵਰ ਦੀ ਬਾਦਸ਼ਾਹਤ ਦਾ ਪ੍ਰਚਾਰ ਕਰਨਾ, ਆਪਾਂ ਸਾਰਾ ਜ਼ੋਰ ਲਾ ਕੇ ਦੱਸ ਦੇਣਾ ਵੀ ਇਹ ਸਾਰਾ ਕੁਝ ਪਰਮੇਸ਼ਵਰ ਜੀ ਦੇ ਵੱਲੋਂ ਆ, ਆਪਾਂ ਸਾਰਾ ਜ਼ੋਰ ਲਾ ਕੇ ਇਹ ਦੱਸ ਦੇਣਾ ਹੈ ਭਾਈ ਤੌਬਾ ਕਰ ਲਓ, ਸਵਰਗ ਦਾ ਰਾਜ ਨੇੜੇ ਆ। ਉਹਨਾਂ ਦੀਆਂ ਸਲਾਹਾਂ ਤਾਂ ਇੱਦਾਂ ਦੀਆਂ ਹੋਣੀਆਂ ਕਿ ਆਪਾਂ ਜੋ ਪਿੱਛੇ ਹੋ ਗਿਆ, ਜੋ ਵੀ ਆਪਾਂ ਪ੍ਰੋਸਪੈਰਿਟੀ ਦਾ ਕਰ ਲਿਆ ਜਾਂ ਫਲਾਨਾ ਕਰ ਲਿਆ, ਧਮਕਾਨਾ ਕਰ ਲਿਆ, ਇਸ ਵੇਲੇ ਇੱਕੋ ਹੀ ਪ੍ਰਚਾਰ ਦੀ ਲੋੜ ਆ, ਤੌਬਾ ਕਰ ਲਓ, ਸਵਰਗ ਦਾ ਰਾਜ ਨੇੜੇ ਆ, ਇਹ ਕਿਆਮਤਾਂ ਪਰਮੇਸ਼ਵਰ ਦੇ ਵੱਲੋਂ ਆ ਰਹੀਆਂ, ਇਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰੋ। ਇਹ ਕਿਹਨਾਂ ਦੀ ਸਲਾਹ ਹੋਊਗੀ? ਜਿਹੜੇ ਸੱਚਮੁੱਚ ਪਰਮੇਸ਼ਵਰ ਦੀ ਓਬੀਡੀਐਂਸੀ ਦੇ ਵਿੱਚ ਆ, ਆਗਿਆਕਾਰਤਾ ਦੇ ਵਿੱਚ ਆ। ਪਰ ਜਿਹੜੇ ਆਕੀ ਆ, ਜਿਹੜੇ ਮੰਨਦੇ ਨਹੀਂ, ਤਾਂ ਉਹਨਾਂ ਦੀਆਂ ਸਲਾਹਾਂ ਜਿਹੜੀਆਂ ਆ ਉਹ ਹੋਰ ਹੀ ਹੋਣਗੀਆਂ। ਉਹ ਹੋ ਸਕਦਾ ਉਹ ਤੁਹਾਨੂੰ ਸਲਾਹ ਦੇਣ ਕਿ ਦੇਖੋ ਜੀ ਤੁਹਾਡੀ ਤਾਂ ਉਮਰ 65 ਸਾਲ ਤੋਂ ਪਲੱਸ ਆ, ਤੁਹਾਡੀ ਤਾਂ 60 ਸਾਲ ਤੋਂ ਪਲੱਸ ਆ, ਤਾਂ ਤੁਸੀਂ ਇੱਦਾਂ ਕਰੋ, ਤੁਸੀਂ ਇੱਕ FD ਬਣਾ ਦਿਓ, ਤੁਸੀਂ ਇੱਕ ਨੋਟ ਬਣਾ ਦਿਓ, ਨਿਆਣਿਆਂ ਦੇ ਨਾਮ ਬਣਾ ਦਿਓ ਜਾਂ ਫਲਾਣੇ ਦੇ ਨਾਮ ਬਣਾ ਦਿਓ। ਉਹ ਤੁਹਾਨੂੰ ਹੋਰ ਤਰ੍ਹਾਂ ਦੀਆਂ ਸਲਾਹਾਂ ਜਿਹੜੀਆਂ ਦੇ ਸਕਦੇ, ਜਿਹੜੀਆਂ ਯਹੋਵਾ ਵੱਲੋਂ
नहीं आ। मैं एग्जाम्पल के तौर पर गल करदी हाँ, पर मेरा मतलब इहो जिहा कुछ नहीं हैगा। ਜਿਹੜੇ संबंध जोड़ते हैं पर मेरे आत्मा तो नहीं हैं, ਜਿਹੜੇ संबंध जोड़ते आ एक रिश्ता बनाते आ पर परमेश्वर दे आत्मा तो नहीं आ। ਉਹ पाप उत्ते पाप ਵਧਾਉਣ, ठीक है भई, ਉਹ पाप उत्ते पाप ਵਧਾਉਣ। ਉਹ ਕਿਹੋ ਜਿਹੇ संबंध जोड़ते आ कि पाप उत्ते पाप ਵਧਾਉਣ, मतलब ਉਹ ਇੱਕ पाप ਉਹਨਾਂ ਨੇ ਆਲਰੇਡੀ ਕੀਤਾ ਆ, ਉਹਦੇ ਉੱਤੇ ਉਹ ਹੋਰ ਪਾਪ ਜਿਹੜਾ ਆ ਕਰਨ ਦੀ ਜਿਹੜੀ ਆ ਉਹ ਵਿਉਂਤ ਬਣਾ ਲੈਂਦੇ ਆ, ਔਰ ਉਹ ਇਹੋ ਜਿਹਾ ਸੰਬੰਧ ਜੋੜਦੇ ਆ ਕਿ ਉਹਨਾਂ ਦੇ ਉੱਤੇ ਪਾਪ ਜਿਹੜਾ ਆ ਉਹ ਹੋਰ ਵੀ ਹਾਵੀ ਹੋ ਜਾਂਦਾ। ਫਿਰ 10 ਨੰਬਰ ਵਰਸ 'ਚ ਆਪਾਂ ਦੇਖਦੇ ਆ, ਸੋ ਫਿਰੌਨ ਦੀ ਓਟ ਤੁਹਾਡੇ ਲਈ ਸ਼ਰਮਿੰਦਗੀ ਹੋਵੇਗੀ ਅਤੇ ਮਿਸਰ ਦੇ ਸਾਏ ਵਿੱਚ ਪਨਾਹ ਲੈਣੀ ਭੰਡੀ ਹੋਵੇਗੀ। ਸੋ ਫਿਰੌਨ ਦਾ मतलब ਕੀ ਹੈ ਇਸ ਜਗ੍ਹਾ ਤੇ? ਫਿਰੌਨ ਰਾਜਾ ਆ ਜਿਹੜਾ ਮਿਸਰ ਦਾ ਰਾਜਾ ਹੋਇਆ ਆ, पर अज जे आपां ओहदी गल करदे हुण तां फिरौन है नहीं, तां आपां ओहदी पनाह लैण भी नहीं चले। पर इस वेले फिरौन की आ, जिथों परमेश्वर ने जिहदे सकंजे चों सानू कढिया है, ईवल दे सकंजे चों सानू कढिया, बुराई दे सकंजे चों सानू कढिया है परमेश्वर ने, जदों असीं फेर सोचदे आ कि असीं ओहदी पनाह लै लैंदे आ, है ना, तां फिर ਉਹ ਜਿਹੜਾ ਆ परमेश्वर जी ਇਹ ਕਹਿੰਦੇ ਆ ਕਿ ਉਹ ਤੁਹਾਡੇ ਲਈ ਸ਼ਰਮਿੰਦਗੀ ਹੋਊਗੀ, ਉਹ ਤੁਹਾਡੇ ਲਈ ਮਹਿਮਾ ਦਾ ਕਾਰਨ ਨਹੀਂ ਬਣਨਾ, ਉਹ ਤੁਹਾਡੇ ਲਈ ਸ਼ਰਮਿੰਦਗੀ ਹੋਊਗੀ ਅਤੇ ਮਿਸਰ ਦੇ ਸਾਏ ਵਿੱਚ ਪਨਾਹ ਲੈਣੀ ਭੰਡੀ ਹੋਵੇਗੀ। ਫਿਰ ਤੁਸੀਂ ਉਸੇ ਗੰਦਗੀ ਦੇ ਵਿੱਚ ਵੜੋ, ਉਸੇ ਗੁਲਾਮੀ ਦੇ ਵਿੱਚ ਬਣੋ ਜਿਹਦੀ ਗੁਲਾਮੀ ਦੇ ਵਿੱਚ ਤੁਸੀਂ ਪਹਿਲਾਂ ਸੀ। ਫਿਰ ਤੁਸੀਂ ਉਸੇ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰੋ, ਫਰਜ਼ ਕਰੋ ਕਿ ਤੁਸੀਂ ਤੌਬਾ ਕਰ ਲਈ ਕਿ ਹਾਂਜੀ ਤਾਂ ਪਰਮੇਸ਼ਵਰ ਸੱਚਮੁੱਚ ਮੈਂ ਪਾਪੀ ਹਾਂ, ਮੇਰੇ ਪਾਪ ਮਾਫ ਕਰੋ। ਪਰ ਫਿਰ ਤੋਂ ਤੁਸੀਂ ਕੀ ਕੀਤਾ ਕਿ ਹਾਂਜੀ ਅੱਛਾ ਚੋਰੀ ਕੀਤਾ ਤਾਂ ਦੇਣੀ ਬਹੁਤ ਸੌਖੇ ਲੰਘਦੇ ਸੀ, ਵੱਡੀ ਲਿਆ ਤਾਂ ਦੇਣੀ ਬਹੁਤ ਸੌਖੇ ਲੰਘਦੇ ਸੀ, ਤਨਖਾਹ ਤਾਂ ਮਹੀਨੇ ਪਿੱਛੋਂ ਆ ਕੇ ਮਿਲਣੀ ਆ ਤੇ ਤਨਖਾਹ ਦੇ ਨਾਲ ਤਾਂ ਪੂਰੀ ਮਸੀਂ ਸਰਦਾ, ਮੈਂ ਤੇ ਰਿਸ਼ਵਤ ਲੈ ਕੇ ਹੀ ਜਿਹੜੇ ਆ ਬਿੱਲ ਬੱਤੀਆਂ ਤੇ ਮੇਰੇ ਉਹਦੇ ਨਾਲ ਪੂਰੇ ਹੋ ਜਾਂਦੇ ਸੀ ਤੇ ਸੈਲਰੀ ਮੇਰੀ ਅਕਾਊਂਟ ਦੇ ਵਿੱਚ ਸੇਵਡ ਰਹਿੰਦੀ ਸੀਗੀ। ਤਾਂ ਮਤਲਬ ਚਲੋ ਕੋਈ ਗੱਲ ਨਹੀਂ, ਆਪਾਂ ਰਿਸ਼ਵਤ ਲੈ ਲਾਂਗੇ, ਆਪਾਂ ਥੋੜੀ ਜੀ ਠੱਗੀ ਠੋਰੀ ਕਰ ਲਾਂਗੇ, ਆਪਾਂ ਉਹਦਾ ਵੀ ਦਸਵੰਧ ਕੱਢ ਲਿਆ ਕਰਾਂਗੇ। ਮਤਲਬ ਉਹ ਪਾਪ ਦੇ ਨਾਲ ਪਾਪ ਜੋੜਦੇ ਆ ਔਰ ਉਹ ਜਿਹੜੇ ਆ ਉਹ ਮਿਸਰ ਦੇ ਸਾਏ ਹੇਠ ਫੇਰ ਜਾਂਦੇ, ਫਿਰ ਉਸ ਗੁਲਾਮੀ ਦੇ ਵਿੱਚ ਵੜਦੇ ਆ ਔਰ ਕਹਿੰਦਾ ਉਹ ਪਨਾਹ ਲੈਣੀ ਇਹੋ ਜਿਹੀ ਜਿਹੜੀ ਆ ਉਹ ਭੰਡੀ ਹੋਵੇਗੀ। ਫਿਰ ਆਪਾਂ 8 ਤੇ 9 ਨੰਬਰ ਵਰਸ ਦੇ ਵਿੱਚ ਆਓ ਚੱਲੀਏ, ਇੱਕ ਦੋ ਵਰਸਿਸ ਪੜ੍ਹ ਕੇ ਆਪਾਂ ਜਿਹੜਾ ਇਸ ਚੀਜ਼ ਨੂੰ ਫਿਨਿਸ਼ ਕਰ ਦੇਣਾ ਹੈ। ਕਹਿੰਦਾ ਹੁਣ ਜਾ ਉਹਨਾਂ ਦੇ ਅੱਗੇ ਪੱਟੀ ਉੱਤੇ ਲਿਖ ਅਤੇ ਪੋਥੀ ਵਿੱਚ ਚਾੜ ਲੈ। ਹੁਣ ਕਹਿੰਦਾ ਜਾ, ਪਰਮੇਸ਼ਵਰ ਆਪਣੇ ਨਬੀ ਨੂੰ ਕਹਿ ਰਿਹਾ ਹੁਣ ਜਾ ਤੇ ਉਹਨਾਂ ਦੇ ਅੱਗੇ ਪੱਟੀ ਉੱਤੇ ਜਾ ਕੇ ਲਿਖ ਦੇ ਤੇ ਹੁਣ ਕਹਿੰਦਾ ਪੋਥੀ ਵਿੱਚ ਵੀ ਚਾੜ ਲੈ ਕੀ ਭਈ ਉਹ ਆਖਰੀ ਸਮਿਆਂ ਲਈ ਸਦਾ ਦੀ ਸਾਖੀ ਹੋਵੇ। ਇਹੋ ਜਿਹੀ ਚੀਜ਼ ਲਿਖਾਉਣ ਲੱਗੇ ਪਰਮੇਸ਼ਵਰ ਕਿ ਆਖਰੀ ਸਮਿਆਂ ਦੇ ਲਈ ਸਦਾ ਦੀ ਗਵਾਹੀ ਬਣ ਜਾਵੇ, ਉਹ ਸਾਖੀ ਹੋਵੇ। ਇਹ ਤਾਂ ਆਕੀ ਪਰਜਾ ਝੂਠੇ ਬਾਲਕ ਹਨ, ਉਹ ਲੋਕ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਹੈ, ਜਿਨ੍ਹਾਂ ਦੇ ਜਿਹੜੇ ਪਰਮੇਸ਼ਵਰ ਤੋਂ ਆਪਣੀਆਂ ਸਲਾਹਾਂ ਲੁਕਾਉਂਦੇ ਆ, ਪਰਮੇਸ਼ਵਰ ਦੇ ਆਖੇ ਨਹੀਂ ਲੱਗਦੇ ਔਰ ਫਿਰ ਸਹੀ ਰਸਤੇ ਤੋਂ ਭਟਕ ਕੇ ਫਿਰ ਜਦੋਂ ਉਹ ਆ ਪਿੱਛੇ ਮੁੜਦੇ ਆ, ਆਪਣੇ ਗੁਨਾਹ ਭਰੀ ਜ਼ਿੰਦਗੀ ਦੇ ਵਿੱਚ ਮੁੜਦੇ ਆ, ਫਿਰ ਚਿੱਕੜ ਦੇ ਵਿੱਚ ਵੜ ਕੇ ਸੂਰ ਬਣਦੇ ਆ। ਜਦੋਂ ਉਹ ਉਹਨਾਂ ਮਨੁੱਖਾਂ ਦੇ ਪਰਮੇਸ਼ਵਰ ਜੀ ਦਾ ਜਿਹੜਾ ਵਚਨ ਆ ਉਹ ਉਹਨਾਂ ਮਨੁੱਖਾਂ ਦੇ ਲਈ ਜਿਹੜਾ ਆ ਉਹ ਗੱਲ ਕਰਦਾ ਆ। ਕਹਿੰਦਾ ਇਹ ਆਕੀ ਪਰਜਾ ਆ, ਮਤਲਬ ਇਹ ਆਖੇ ਨਾ ਲੱਗਣ ਵਾਲੀ ਪਰਜਾ ਆ, ਇਹ ਝੂਠੇ ਬਾਲਕ ਆ, ਮਤਲਬ ਇਹ ਸਭ ਜੋ ਗੱਲਾਂ ਕਰਦੇ ਉਹ ਇਹਨਾਂ ਦੇ ਪੱਲੇ ਹੈ ਨਹੀਂਗਾ, ਝੂਠੇ ਬਾਲਕ ਆ, ਬਾਲਕ ਜਿਹੜੇ ਯਹੋਵਾ ਦੀ ਵਿਵਸਥਾ ਨੂੰ ਸੁਣਨਾ ਨਹੀਂ ਚਾਹੁੰਦੇ। ਕਹਿੰਦਾ ਇਹ ਉਹ ਨਿਆਣੇ ਆ ਜਿਹੜੇ ਕਹਿੰਦੇ ਤੇ ਆ ਕਿ ਯਹੋਵਾ ਦੇ ਬੱਚੇ ਆ ਪਰ ਯਹੋਵਾ ਦੇ ਆਖੇ ਨਹੀਂ ਲੱਗਣਾ ਚਾਹੁੰਦੇ, ਉਹਦੀ ਵਿਵਸਥਾ ਨੂੰ ਭਾਵ ਉਹਦੇ ਕਾਨੂੰਨ ਨੂੰ ਨਹੀਂ ਸੁਣਨਾ ਚਾਹੁੰਦੇ ਕਿ ਪਰਮੇਸ਼ਵਰ ਨੇ ਜੇ ਕਿਹਾ ਪਾਪ ਨਾ ਕਰੀ, ਮੈਂ ਸੁਣਨਾ ਹੀ ਨਹੀਂ। ਜਦ ਮੈਨੂੰ ਪਤਾ ਨਹੀਂ ਹੋਊਗਾ ਕਿ ਪਰਮੇਸ਼ਵਰ ਨੇ ਕੀ ਕਿਹਾ ਤੇ ਮੇਰੇ ਕੋਲ ਐਕਸਕਿਊਜ਼ ਤਾਂ ਬਣਿਆ ਰਹੂਗਾ ਨਾ ਕਿ ਮੈਨੂੰ ਤੇ ਪਤਾ ਹੀ ਨਹੀਂ ਪਰਮੇਸ਼ਵਰ ਨੇ ਕੀ ਕਿਹਾ। ਜੇ ਤੁਸੀਂ ਸੁਣਨਾ ਹੀ ਨਹੀਂ ਤੁਹਾਨੂੰ ਕਿੱਦਾਂ ਪਤਾ ਲੱਗਣਾ। ਪਰ ਇੱਕ ਚੀਜ਼ ਹੁੰਦੀ ਹੈ ਕਿ ਤੁਹਾਨੂੰ ਪਤਾ ਨਹੀਂ, ਮਤਲਬ ਤੁਸੀਂ ਕਦੀ ਸੁਣਿਆ ਨਹੀਂ, ਕਿ ਤੁਹਾਨੂੰ ਚਾਂਸ ਨਹੀਂ ਲੱਗਾ ਸੁਣਨ ਦਾ। ਪਰ ਇੱਕ ਚੀਜ਼ ਹੈ ਕਿ ਤੁਹਾਡੇ ਲਾਗੇ ਕੋਈ ਢੋਲ ਵਜਾ ਰਿਹਾ ਜਾਂ ਕੋਈ ਸਪੀਕਰ ਲਾ ਕੇ ਬੋਲ ਰਿਹਾ ਪਰ ਤੁਸੀਂ ਕੰਨਾਂ 'ਚ ਉਂਗਲਾਂ ਦੇ ਲਵੋ ਕਿ ਮੈਂ ਨਹੀਂ ਸੁਣਨਾ, ਮੈਂ ਨਹੀਂ ਸੁਣਨਾ, ਤਾਂ ਮਤਲਬ ਤੁਸੀਂ ਇਹ ਨਹੀਂ ਕਹਿ ਸਕਦੇ ਮੈਨੂੰ ਚਾਂਸ ਨਹੀਂ ਲੱਗਾ। ਤੁਹਾਨੂੰ ਚਾਂਸ ਤਾਂ ਲੱਗਾ ਪਰ ਤੁਸੀਂ ਸੁਣਨਾ ਨਹੀਂ ਚਾਹਿਆ ਕਿਉਂਕਿ ਤੁਸੀਂ ਉਸ ਚੀਜ਼ ਨੂੰ ਫੋਲੋ ਨਹੀਂ ਕਰਨਾ ਚਾਹੁੰਦੇ, ਇਸ ਲਈ ਤੁਸੀਂ ਉਹਨੂੰ ਸੁਣਨਾ ਨਹੀਂ ਚਾਹਿਆ। ਕਹਿੰਦਾ ਜਿਹੜੇ ਵੇਖਣ ਵਾਲਿਆਂ ਨੂੰ ਆਖਦੇ ਹਨ ਵੇਖੋ ਨਾ, ਕਹਿੰਦਾ ਜਿਹੜੇ ਦੂਜਿਆਂ ਨੂੰ ਵੀ ਇਹ ਕਹਿੰਦੇ ਦੇਖੋ ਨਾ ਚੰਗੀਆਂ ਚੀਜ਼ਾਂ ਨੂੰ, ਅਤੇ ਦਰਸ਼ੀਆਂ ਨੂੰ ਸੱਚੀਆਂ ਗੱਲਾਂ ਸਾਨੂੰ ਨਾ ਦੱਸੋ। ਜਿਹੜੇ ਦਰਸ਼ਨ ਕਰਨਾ ਚਾਹੁੰਦੇ ਆ, ਜਿਹੜੇ ਵੇਖਣਾ ਚਾਹੁੰਦੇ ਪਰਮੇਸ਼ਵਰ ਦੀ ਮਹਿਮਾ ਨੂੰ, ਪਰਮੇਸ਼ਵਰ ਨੂੰ, ਕਹਿੰਦਾ ਉਹਨਾਂ ਨੂੰ ਉਹ ਦੇਖਣ ਤੋਂ ਰੋਕਦੇ ਆ। ਫਿਰ ਉਹ ਕੀ ਕਹਿੰਦੇ, ਸੱਚੀਆਂ ਗੱਲਾਂ ਸਾਨੂੰ ਨਾ ਦੱਸੋ। ਕਹਿੰਦੇ ਜੀ ਆਹ ਜੋੜੇ ਹੱਥ, ਅਸੀਂ ਨਹੀਂ ਨਰਕ ਸਵਰਗ ਬਾਰੇ ਸੁਣਨਾ, ਸਾਨੂੰ ਨਹੀਂ ਚਾਹੀਦਾ ਨਰਕ ਸਵਰਗ ਦਾ ਪ੍ਰਕਾਸ਼, ਇਹ ਜੱਗ ਮਿੱਠਾ ਤੇ ਅਗਲਾ ਕਿੰਨੇ ਡਿੱਠਾ, ਉਹਨਾਂ ਦੀਆਂ ਗੱਲਾਂ ਇਹੋ ਜਿਹੀਆਂ ਆ। ਪਰ ਉਹ ਉਹਨਾਂ ਦੇ ਬਾਰੇ ਵਿੱਚ ਵਚਨ ਇਹ ਜਿਹੜੀ ਗੱਲ ਕਰ ਰਿਹਾ ਆ
ਕਹਿੰਦਾ ਸਾਨੂੰ ਮਿੱਠੀਆਂ ਗੱਲਾਂ ਬੋਲੋ, ਸਾਨੂੰ ਤੇ ਮਿੱਠੀਆਂ ਮਿੱਠੀਆਂ ਗੱਲਾਂ ਦੱਸੋ ਵੀ ਪਰਮੇਸ਼ਵਰ ਦਾ ਨਾਮ ਲਓ ਤੁਹਾਨੂੰ ਵੀਜ਼ਾ ਲੱਗ ਜਾਣਾ, ਪਰਮੇਸ਼ਵਰ ਦਾ ਨਾਮ ਲਓ ਗੱਡੀਆਂ ਤੇ ਗੱਡੀਆਂ ਤੁਹਾਡੇ ਪਿੱਛੇ ਪੀਂ ਪੀਂ ਕਰਦੀਆਂ ਆ ਜਾਣੀਆਂ, ਕਿਉਂਕਿ ਵਚਨ 'ਚ ਲਿਖਿਆ ਮੇਰੇ ਰਾਜ ਨੂੰ ਭਾਲੋ, ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਮਿਲਣਗੀਆਂ, ਤੇ ਰਾਜ ਨੂੰ ਤਾਂ ਪਾਸਟਰ ਜੀ ਭਾਲ ਲੈਣ, ਚੀਜ਼ਾਂ ਸਾਨੂੰ ਮਿਲ ਲੈਣ। ਤਾਂ ਮਤਲਬ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਲਈ ਆ ਜਿਹੜੇ ਕਹਿੰਦੇ ਜੀ ਮਿੱਠੀਆਂ ਮਿੱਠੀਆਂ ਗੱਲਾਂ ਬੋਲੋ। ਹਾਂਜੀ, ਪਰਮੇਸ਼ਵਰ ਬਹੁਤ ਦਇਆ ਦਾ ਸਾਗਰ ਆ, ਉਹ ਕਦੀ ਕਿਸੇ ਨਾਲ ਗੁੱਸੇ ਨਹੀਂ ਹੁੰਦਾ, ਉਹਨੂੰ ਕੋਈ ਕ੍ਰੋਧ ਨਹੀਂ ਆਉਂਦਾ, ਤੁਸੀਂ ਜਿੰਨੇ ਮਰਜ਼ੀ ਪਾਪ ਕਰ ਲਓ ਤੁਹਾਡੇ ਪਾਪ ਮਾਫ ਹੋ ਜਾਣੇ। ਤੁਹਾਨੂੰ ਦੱਸ ਦੇਵਾਂ, ਪਰਮੇਸ਼ਵਰ ਅੱਤ ਦਾ ਕਰੋਧੀ ਪਰਮੇਸ਼ਵਰ ਆ। ਇਹ ਉਹਦੀ ਦਇਆ ਆ ਕਿ ਉਹ ਸਾਨੂੰ ਬਚਾਉਣਾ ਚਾਹੁੰਦਾ ਆ, ਪਰ ਇਹ ਉਹਦਾ ਕਰੋਧ ਆ ਜਿਹੜਾ ਕਰੋਨਾ ਵਾਇਰਸ ਦੁਨੀਆ ਦੇ ਉੱਤੇ ਆਇਆ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਕਰੋਧ ਦੇ ਵਿੱਚ ਉਹਨੇ ਜਿਹੜੇ ਪਲੈਨਿੰਗਸ ਕੀਤੀਆਂ ਨਾ, ਉਹ ਐਨ ਇੱਕ ਕਿਊ ਦੇ ਵਿੱਚ ਲੱਗੀਆਂ, ਲਾਈਨ ਦੇ ਵਿੱਚ ਲੱਗੀਆਂ, ਔਰ 1 by 1 ਵੈਰੀ ਸੂਨ ਬਹੁਤ ਛੇਤੀ ਉਹ ਚੀਜ਼ਾਂ ਜਿਹੜੀਆਂ ਆ ਨਾ ਉਹ ਹੋਣ ਵਾਲੀਆਂ ਆ। ਇਸ ਪ੍ਰੈਕਟਿਸ ਦੇ ਪੀਰੀਅਡ ਦੇ ਵਿੱਚ ਲਰਨ ਕਰ ਲਓ, ਸਿੱਖ ਲਵੋ ਕਿੱਦਾਂ ਜਿਹੜਾ ਆ ਉਹ ਆਫਤ ਦੇ ਵਿੱਚ ਅਸੀਂ ਜਿਹੜਾ ਆ ਪਰਮੇਸ਼ਵਰ ਦੇ ਵਿੱਚ ਬਣੇ ਰਹਿਣਾ ਆ, ਪਰਮੇਸ਼ਵਰ ਦੇ ਵਿੱਚ ਅਸੀਂ ਕਿੱਦਾਂ ਬਰਕਰਾਰ ਰਹਿਣਾ ਆ। ਕਹਿੰਦਾ ਪਰ ਉਹ ਲੋਕ ਜਿਹੜੇ ਆਕੀ ਆ, ਜਿਹੜੇ ਸੁਣਨਾ ਨਹੀਂ ਪਸੰਦ ਕਰਦੇ, ਉਹ ਕਹਿੰਦੇ ਮਿੱਠੀਆਂ ਗੱਲਾਂ ਬੋਲੋ, ਇਹੀ ਕਹਿੰਦੇ ਰਹੋ ਕਿ ਤੁਸੀਂ ਤੌਬਾ ਕਰੋ ਜਾਂ ਨਾ ਕਰੋ, ਬਸ ਤੁਹਾਨੂੰ ਨਹੀਂ ਕੁਛ ਹੋਣਾ, ਤੁਹਾਨੂੰ ਕੁਛ ਨਹੀਂ ਹੋਣਾ, ਭਾਵੇਂ ਤੁਸੀਂ ਨੰਗੇ ਹੱਥਾਂ ਨਾਲ ਜਾ ਕੇ ਜੋ ਮਰਜ਼ੀ ਕਰ ਲਓ, ਭਾਵੇਂ ਤਾਰਾਂ ਨੂੰ ਫੜ ਲਓ, ਤੁਹਾਨੂੰ ਕੁਛ ਨਹੀਂ ਹੋਣਾ। ਕਹਿੰਦਾ ਮਿੱਠੀਆਂ ਗੱਲਾਂ ਉਹ ਕਹਿੰਦੇ ਬੋਲੋ, ਛਲ ਫਰੇਬ ਦੱਸੋ, ਕਹਿੰਦਾ ਵਾਲ ਛਲ ਕਰਨ ਦੇ ਤਰੀਕੇ ਦੱਸੋ, ਵੀ ਕਿਸੇ ਨਾਲ ਠੱਗੀ ਕਿੱਦਾਂ ਮਾਰਨੀ ਆ, ਕਿਸੇ ਦੇ ਨਾਲ ਆਪਾਂ ਕਿੱਦਾਂ ਉਹਨੂੰ ਆਪਣੀਆਂ ਗੱਲਾਂ 'ਚ ਕਿੱਦਾਂ ਭੇਚਣਾ ਆ, ਕਿਸੇ ਦੇ ਸਾਹਮਣੇ ਆਪਾਂ ਆਪਣੇ ਆਪ ਨੂੰ ਚੰਗੇ ਕਿੱਦਾਂ ਸਾਬਤ ਕਰਨਾ ਆ, ਅੰਦਰ ਬੁੱਕਲ ਦੇ ਵਿੱਚ ਭਾਵੇਂ ਚੋਰ ਲੁਕਿਆ ਹੋਏ ਪਰ ਅਸੀਂ ਇਹੀ ਦੱਸਣਾ ਜੀ ਅਸੀਂ ਤਾਂ ਬੜੇ ਵੱਡੇ ਸਾਧ ਆ। ਤਾਂ ਮਤਲਬ ਪਰਮੇਸ਼ਵਰ ਦਾ ਵਚਨ ਸਾਨੂੰ ਇਹ ਸਾਰੀਆਂ ਗੱਲਾਂ ਖੋਲ ਕੇ ਦੱਸ ਰਿਹਾ ਆ। ਹੋ ਸਕਦਾ ਤੁਹਾਨੂੰ ਲੱਗਦਾ ਹੋਵੇ ਸਿਸਟਰ ਕਿਹੋ ਜਿਹਾ ਪ੍ਰਚਾਰ ਕਰਦੀ ਆ, ਮੈਂ ਤੇ ਉਹੀ ਪ੍ਰਚਾਰ ਕਰਦੀ ਜੋ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਆ। ਆਪਾਂ ਤਾਂ ਇੱਕ ਗੱਲ ਵੀ ਪੱਲਿਓਂ ਨਹੀਂ ਲਾਉਂਦੇ, ਸਿਰਫ ਉਹੀ ਗੱਲਾਂ ਕਰਦੇ ਜੋ ਵਚਨ ਦੇ ਵਿੱਚ ਲਿਖੀਆਂ ਆ। ਕਹਿੰਦਾ ਜਿਹੜੇ ਵੇਖਣ ਵਾਲਿਆਂ ਨੂੰ ਆਪਾਂ ਇਹ ਪੜ੍ਹ ਲਿਆ, ਕਹਿੰਦਾ ਰਸਤੇ ਤੋਂ ਹਟੋ, ਮਾਰਗ ਤੋਂ ਫਿਰ ਜਾਓ, ਇਜ਼ਰਾਈਲ ਦੇ ਪੁੱਤਰ ਪੁਰਖ ਨੂੰ ਸਾਡੇ ਅੱਗਿਓਂ ਹਟਾ ਦਿਓ। ਕਹਿੰਦਾ ਇਹੋ ਜਿਹੀਆਂ ਗੱਲਾਂ ਕਰਦੇ ਉਹ ਲੋਕ, ਕਹਿੰਦਾ ਇਹਨਾਂ ਰਾਹਾਂ ਨੂੰ ਛੱਡੋ, ਕਿਹੜੇ ਰਾਹਾਂ 'ਚ ਤੁਸੀਂ ਲੱਗੇ ਆ। ਇੱਕ ਭੈਣ ਮੇਰੇ ਕੋਲ ਆਈ, ਕਹਿੰਦੀ ਜੀ ਮੇਰੀ ਪੋਤੀ ਨੇ ਤਾਂ ਪਰਮੇਸ਼ਰ ਨੂੰ ਮੰਨਣਾ ਸ਼ੁਰੂ ਕਰਤਾ। ਮੈਂ ਕਿਹਾ ਭੈਣ ਬਹੁਤ ਵਧੀਆ ਗੱਲ ਹੋਈ। ਕਹਿੰਦੀ ਮੈਂ ਉਹਨੂੰ ਕਿਹਾ ਕੁੜੀਏ ਮੇਰੀ ਸੁਣ ਗੱਲ, ਤੂੰ ਸਾਰਾ ਦਿਨ ਇੱਕੋ ਹੀ ਗੱਲ ਕਰਦੀ ਰਹਿਨੀ, ਮੈਨੂੰ ਮਾਫ ਕਰ ਪ੍ਰਭੂ, ਮੈਨੂੰ ਮਾਫ ਕਰ, ਮੈਨੂੰ ਮਾਫ ਕਰ। ਕਹਿੰਦੀ ਮੈਂ ਕਿਹਾ ਤੂੰ ਕਿਹੜਾ ਕਤਲ ਕੀਤਾ ਆ ਵੀ ਤੂੰ ਸਾਰਾ ਦਿਨ ਮਾਫੀ ਮੰਗਦੀ ਰਹਿਨੀ ਆ, ਨਿੱਕੀਆਂ ਮੋਟੀਆਂ ਗਲਤੀਆਂ ਤਾਂ ਕਹਿੰਦੀ ਨਿਆਣਿਆਂ ਕੋਲੋਂ ਹੋ ਹੀ ਜਾਂਦੀਆਂ। ਸੋ ਕੁਛ ਲੋਕੀ ਇਦਾਂ ਦੇ ਆ ਜਿਹੜੇ ਕਹਿਣਗੇ ਇਸ ਰਾਹ ਤੋਂ ਜਿਹੜਾ ਆ ਹਟਾ ਦਿਓ, ਇਸ ਮਾਰਗ ਤੋਂ ਫਿਰ ਜਾਓ, ਇਹ ਰਾਹ ਸਹੀ ਨਹੀਂ ਹੈਗਾ। ਕਹਿੰਦੀ ਸਾਰਾ ਦਿਨ ਕਹੀ ਜਾਊਗੀ ਪ੍ਰਭੂ ਯਿਸੂ ਦਾ ਖੂਨ ਜਿਹੜਾ ਆ ਮੈਨੂੰ ਧੋ ਕੇ ਸਾਫ਼ ਕਰੇ। ਕਹਿੰਦੀ ਮੈਂ ਕਿਹਾ ਤੈਨੂੰ ਇਹੋ ਜਿਹੀ ਕਿਹੜੀ ਮੈਲ ਲੱਗੀ ਆ, ਤੂੰ ਤੇ ਚੰਗੀ ਭਲੀ ਜਿਹੜੀ ਆ ਗੋਰੀ ਚਿੱਟੀ ਆ। ਤਾਂ ਮਤਲਬ ਕੁਛ ਲੋਕੀ ਜਿਹੜੇ ਆ ਉਹ ਅਜੀਬ ਗੱਲਾਂ ਕਰਦੇ ਆ, ਉਹੋ ਜਿਹੇ ਲੋਕਾਂ ਦੇ ਵਿਸ਼ੇ ਦੇ ਵਿੱਚ ਇਹ ਵਚਨ ਬੋਲਦਾ ਆ। ਔਰ ਕਹਿੰਦਾ ਇਸ ਕਰਕੇ ਇਜ਼ਰਾਈਲ ਦੇ ਪਵਿੱਤਰ ਪੁਰਖ ਇਉਂ ਆਖਦਾ ਹੈ, ਇਸ ਲਈ ਕਿ ਤੁਸੀਂ ਇਸ ਗੱਲ ਨੂੰ ਤੁੱਛ ਜਾਣਦੇ ਹੋ ਅਤੇ ਜ਼ੁਲਮ ਅਤੇ ਹੱਠ ਉੱਤੇ ਭਰੋਸਾ ਰੱਖਦੇ ਹੋ ਅਤੇ ਉਸ ਉੱਤੇ ਢਾਸਣਾ ਲਾਉਂਦੇ ਹੋ। ਪ੍ਰਭੂ ਯਹੋਵਾ ਇਜ਼ਰਾਈਲ ਦਾ ਪਵਿੱਤਰ ਪੁਰਖ ਇਉਂ ਆਖਦਾ ਹੈ, 15 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਿਆ ਆ, ਮੋੜ ਆਉਣ ਵਿੱਚ ਤੇ ਚੈਨ ਵਿੱਚ ਤੁਹਾਡਾ ਬਚਾਓ ਹੋਵੇਗਾ। ਪ੍ਰਭੂ ਪਰਮੇਸ਼ਰ ਕਹਿੰਦਾ ਹੱਲੇ ਵੀ ਮੋੜ ਆਉਣ ਵਿੱਚ ਤੇ ਚੈਨ ਵਿੱਚ ਤੁਹਾਡਾ ਬਚਾਓ ਹੋਊਗਾ। ਇਹ ਤੜਫੂ ਕਰਨਾ ਛੱਡ ਦਿਓ, ਇਹੋ ਜਿਹੀਆਂ ਗੱਲਾਂ ਬਾਤਾਂ ਕਰਨੀਆਂ ਛੱਡ ਦਿਓ ਕਿ ਪਿੱਛੇ ਮੁੜਨਾ ਹੈ। ਉਹ ਕਹਿੰਦਾ ਹਾਲੇ ਵੀ ਤੁਹਾਨੂੰ ਮੈਂ ਟਾਈਮ ਦਿੰਨਾ ਹੈ ਕਿ ਮੋੜ ਆਓ, ਇਸੇ 'ਚ ਹੀ ਤੁਹਾਡਾ ਬਚਾਓ ਆ। ਪਿੱਛੇ ਜੋ ਹੋ ਗਿਆ ਸੋ ਹੋ ਗਿਆ, ਮਿੱਟੀ ਪਾਓ ਉਹਦੇ ਉੱਤੇ, ਤੌਬਾ ਕਰ ਲਓ ਉਹਦੇ ਤੋਂ, ਪਰਮੇਸ਼ਰ ਦੇ ਅੱਗੇ ਮਾਫੀ ਮੰਗ ਲਓ ਉਹਦੇ ਤੋਂ ਕਿ ਪ੍ਰਭੂ ਅਜੇ ਤੱਕ ਮੈਂ ਰਿਸ਼ਤਾ ਨਹੀਂ ਸਿੱਧਾ ਕੀਤਾ ਸੀ, ਪਰ ਪ੍ਰਭੂ ਮੈਨੂੰ ਹੁਣ ਮਾਫ ਕਰੋ, ਮੈਂ ਹੁਣ ਬਚਣਾ ਚਾਹੁੰਦਾ ਹੈ। ਕਹਿੰਦਾ ਮੋੜ ਆਉਣ ਦੇ ਵਿੱਚ ਤੇ ਚੈਨ ਵਿੱਚ ਤੁਹਾਡਾ ਬਚਾਓ ਹੋਵੇਗਾ। ਠੀਕ ਹੈ, ਫਿਰ ਅੱਗੇ ਆਪਾਂ ਦੇਖਦੇ ਹਾਂ 18 ਨੰਬਰ ਪੰਕਤੀ ਦੇ ਵਿੱਚ ਜਿਹੜਾ ਆ ਆਪਾਂ ਜਾ ਕੇ ਦੇਖਦੇ ਹਾਂ, ਇਸ ਲਈ ਯਹੋਵਾ ਉਡੀਕਦਾ ਹੈ ਭਈ ਉਹ ਤੁਹਾਡੇ ਉੱਤੇ ਕਿਰਪਾ ਕਰੇ। ਇਸ ਲਈ ਯਹੋਵਾ ਉਡੀਕਦਾ ਹੈ ਭਈ ਉਹ ਤੁਹਾਡੇ ਉੱਤੇ ਕਿਰਪਾ ਕਰੇ। ਹਾਲੇ ਵੀ ਪਰਮੇਸ਼ਰ ਜੀ ਉਡੀਕ ਰਹੇ ਆ ਕਿ ਆਜੋ ਆਜੋ ਆਜੋ, ਕਿ ਉਹ ਤੁਹਾਡੇ ਉੱਤੇ ਕਿਰਪਾ ਕਰੇ, ਉਹ ਬਖਸ਼ ਦੇ ਸਾਨੂੰ ਸਭਨਾਂ ਨੂੰ। ਅਤੇ ਕਹਿੰਦਾ ਇਸ ਲਈ ਉਹ ਆਪ ਨੂੰ ਉੱਚਾ ਕਰਦਾ ਹੈ। ਇਹੋ ਜਿਹੇ ਭਿਆਨਕ ਕੰਮਾਂ ਦੇ ਨਾਲ ਪਰਮੇਸ਼ਰ ਜੀ ਆਪਣੇ ਆਪ ਨੂੰ ਉੱਚਾ ਕਰਦੇ। ਪਹਿਲਾ ਇਤਿਹਾਸ ਉਹਦੀ ਜਿਹੜਾ 17 ਨੰਬਰ ਚੈਪਟਰ ਉਹਦੀ 20-21 ਨੰਬਰ ਆਇਤ ਦੇ ਵਿੱਚ ਲਿਖਿਆ, ਕਹਿੰਦਾ ਉਹ ਪਰਮੇਸ਼ਰ ਇਹੋ ਜਿਹਾ ਆ ਜਿਹੜਾ ਆਪਣੇ ਵੱਡੇ ਵੱਡੇ ਤੇ ਅਜੀਬ ਕੰਮਾਂ ਦੇ ਨਾਲ ਦੁਨੀਆ ਨੂੰ ਸਾਬਤ ਕਰਦਾ ਮੈਂ ਕੌਣ ਆ। ਸੋ ਤੁਸੀਂ ਪੜ੍ਹ ਸਕਦੇ ਆ ਬਾਈਬਲ ਦੇ ਵਿੱਚ ਇੱਕ ਬੜੇ ਮਤਲਬ ਸੋਹਣੇ ਤਰੀਕੇ ਦੇ ਨਾਲ ਪਰਮੇਸ਼ਰ ਨੇ ਆਪਣੀ ਮਹਿਮਾ ਨੂੰ ਕਿੱਦਾਂ ਉਹ ਪ੍ਰਗਟ ਕਰਦਾ ਹੈ, ਉਸ ਵਚਨ ਦੇ ਵਿੱਚ ਜਿਹੜਾ ਆ ਲਿਖਿਆ ਹੈ। ਕਹਿੰਦਾ ਅਤੇ ਇਸ ਲਈ ਉਹ ਆਪ ਨੂੰ ਉੱਚਾ ਕਰਦਾ ਹੈ ਭਾਈ ਉਹ ਤੁਹਾਡੇ ਉੱਤੇ ਰਹਿਮ ਕਰੇ। ਇਸ ਲਈ ਉਹ ਆਪਣੇ ਆਪ ਨੂੰ ਉੱਚਾ ਕਰਦਾ ਆ ਕਿ ਉਹ ਤੁਹਾਡੇ ਉੱਤੇ ਰਹਿਮ ਕਰੇ। ਉਹ ਅਜੀਬ ਕੰਮ ਕਰਕੇ ਦੱਸਦਾ ਮੈਂ ਕੀ ਕਰ ਸਕਦਾ ਆ।
ਉਹ ਅਜੀਬੋ ਗਰੀਬ ਕੰਮਾਂ ਨੂੰ ਆਪਣੇ ਕੰਟਰੋਲ ਵਿੱਚ ਕਰਕੇ ਦੱਸਦਾ ਕਿ ਉਹ ਸਭ ਕੁਝ ਕਰ ਸਕਦਾ, ਇਸ ਲਈ ਉੱਚਾ ਕਰਦਾ ਖੁਦ ਨੂੰ ਕਿ ਉਹ ਸਾਡੇ ਉੱਤੇ ਰਹਿਮ ਕਰੇ। ਕਿਉਂ? ਜੋ ਯਹੋਵਾ ਇਨਸਾਫ ਦਾ ਪਰਮੇਸ਼ਵਰ ਹੈ, ਉਹ ਇਨਸਾਫ ਦਾ ਪਰਮੇਸ਼ਵਰ, ਉਹ ਨਿਹੱਥਿਆਂ ਦੇ ਉੱਤੇ ਵਾਰ ਨਹੀਂ ਕਰਦਾ, ਉਹ ਸਾਨੂੰ ਇੱਕ ਚਾਂਸ ਦਿੰਦਾ ਆ ਕਿ ਬਚ ਜਾਓ, ਬਚ ਜਾਓ, ਬਚ ਜਾਓ। ਉਹ ਇਦਾਂ ਹੀ ਨਹੀਂ ਕਿ ਤੁਸੀਂ ਜਦੋਂ ਨਿਆਂ ਦਾ ਦਿਨ ਹੋਏ ਤੁਸੀਂ ਕਹੋ ਪ੍ਰਭੂ ਤੁਸੀਂ ਸਾਨੂੰ ਕਿਹੜਾ ਚਾਂਸ ਦਿੱਤਾ, ਜੇ ਤੁਸੀਂ ਸਾਨੂੰ ਚਾਂਸ ਦਿੰਦੇ ਅਸੀਂ ਤਾਂ ਤੌਬਾ ਕਰ ਲੈਣੀ ਸੀ। ਉਹ ਸਾਨੂੰ ਬਚਾਉਣ ਦੇ ਲਈ ਸਾਨੂੰ ਚਾਂਸ ਦਿੰਦਾ ਹੈ ਤੇ ਉਹ ਕਹਿੰਦਾ ਮੋੜ ਆਓ, ਤੁਹਾਡਾ ਇਸੇ ਦੇ ਵਿੱਚ ਬਚਾਓ ਹੈ। ਧੰਨ ਉਹ ਸਾਰੇ ਜਿਹੜੇ ਉਸ ਨੂੰ ਉਡੀਕਦੇ ਹਨ, ਧੰਨ ਆ ਉਹ ਸਾਰੇ ਜਿਹੜੇ ਉਹਦੀ ਉਡੀਕ ਕਰ ਰਹੇ ਕਿ ਹੇ ਪਿਤਾ ਪਰਮੇਸ਼ਵਰ ਸਾਡੀ ਜ਼ਿੰਦਗੀ ਦੇ ਵਿੱਚ ਆਓ, ਹੇ ਪਰਮੇਸ਼ਵਰ ਸਾਡੇ ਉੱਤੇ ਕਿਰਪਾ ਕਰੋ, ਹੇ ਪਰਮੇਸ਼ਵਰ ਸਾਨੂੰ ਆਪਣੇ ਨਾਲ ਬਿਠਾਓ, ਹੇ ਪਰਮੇਸ਼ਵਰ ਸਾਡੇ ਉੱਤੇ ਆਪਣੀ ਹਜ਼ੂਰੀ ਨੂੰ ਪ੍ਰਗਟ ਕਰੋ, ਆਪਣੇ ਜਲਾਲ ਨੂੰ ਪ੍ਰਗਟ ਕਰੋ, ਆਪਣੀ ਮਹਿਮਾ ਨੂੰ ਪ੍ਰਗਟ ਕਰੋ, ਆਪਣੇ ਬੁੱਧ ਨੂੰ ਪ੍ਰਗਟ ਕਰੋ। ਧੰਨ ਆ ਉਹ ਸਾਰੇ ਲੋਕ। ਆਓ ਅਸੀਂ ਇੰਨੇ ਵਚਨਾਂ ਦੇ ਨਾਲ ਅੱਜ ਦੇ ਇਸ ਵਚਨ ਨੂੰ ਜਿਹੜਾ ਆ ਉਹ ਸਮਾਪਤੀ ਦੇ ਵਿੱਚ ਲੈ ਕੇ ਜਾਂਦੇ ਹਾਂ। ਔਰ ਆਓ ਅਸੀਂ ਇੱਕ ਸਾਂਝੀ ਪ੍ਰਾਰਥਨਾ ਜਿਹੜੀ ਆਪਾਂ ਹਰ ਰੋਜ਼ ਜਿਹੜੀ ਆ ਦੀਨ ਦੁਨੀਆ ਲਈ ਕਰਦੇ ਹਾਂ ਆਪਾਂ ਕਰੀਏ, ਔਰ ਫਿਰ ਆਪਾਂ ਇਸ ਸਮੇਂ ਨੂੰ ਜਿਹੜਾ ਆ ਸਮਾਪਤ ਕਰਦੇ, ਸਤਸੰਗ ਨੂੰ ਸਮਾਪਤ ਕਰਦੇ ਹਾਂ। ਔਰ ਪ੍ਰਭੂ ਦੀ ਇੱਛਾ ਹੋਈ ਤੇ ਕੱਲ ਨੂੰ ਫਿਰ ਆਪਾਂ ਜਿਹੜਾ ਆ ਉਹ ਇਸ ਪ੍ਰੋਗਰਾਮ ਦੇ ਰਾਹੀਂ ਫਿਰ ਤੋਂ ਆਪਾਂ ਆਤਮਾ ਦੇ ਵਸੀਲੇ ਇਕੱਠੇ ਹੋਵਾਂਗੇ। ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ। ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 018 22 516 777। ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ।